ਹੈਲੋ ਦੋਸਤੋ, ਮੈਂ ਹਾਂ ਧਰਮਵੀਰ ਸਿੰਘ ਦਿਓਲ ਤੇ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ। ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਅਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰੋਗੇ। ਅੱਜ ਅਸੀਂ ਫੋਟੋਸ਼ਾਪ ਦੀ ਐਡਵਾਂਸ ਟੈਕਨੀਕ ਤੇ ਕੁਝ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ। ਇੱਕ ਨਵੀਂ ਸੀਰੀਜ਼ ਜੋ ਅਸੀਂ ਸਟਾਰਟ ਕੀਤੀ ਹੈ, ਜੋ ਆਲਮੋਸਟ ਅਸੀਂ 1-1.5 ਮਹੀਨੇ ਦੇ ਵਿੱਚ ਖਤਮ ਕਰ ਦਾਂਗੇ। ਉਸ ਤੋਂ ਬਾਅਦ ਅਸੀਂ ਅਡੋਬ ਪ੍ਰੀਮੀਅਰ ਤੇ ਕੁਝ ਵੀਡੀਓ ਬਣਾਵਾਂਗੇ ਜਿਸ ਦੇ ਵਿੱਚ ਬੇਸਿਕ ਤੋਂ ਲੈ ਕੇ ਐਡਵਾਂਸ ਵੀਡੀਓ ਐਡੀਟਿੰਗ ਟੈਕਨੀਕਸ ਦੀਆਂ ਗੱਲ ਕਰਾਂਗੇ। ਅੱਜ ਅਸੀਂ ਜੋ ਫੋਟੋਸ਼ਾਪ ਦੀ ਪਹਿਲੀ ਕਲਾਸ ਹੈ, ਇਹਦੇ ਵਿੱਚ ਅਸੀਂ ਮਾਸਕਿੰਗ ਬਾਰੇ ਗੱਲ ਕਰਾਂਗੇ, ਕਿਉਂਕਿ ਜ਼ਿਆਦਾਤਰ ਜੋ ਟਾਈਮ ਕੰਜ਼ਿਊਮਿੰਗ ਪਾਰਟ ਹੁੰਦਾ ਉਹ ਸਿਰਫ ਮਾਸਕਿੰਗ ਹੁੰਦਾ ਕਿ ਅਸੀਂ ਪੈਨ ਟੂਲ ਦੇ ਨਾਲ ਅਸੀਂ ਉਹਨੂੰ ਯੂਜ਼ ਕਰਦੇ ਹਾਂ। ਪੈਨ ਟੂਲ ਦੇ ਨਾਲ ਇੱਕ ਪਰਫੈਕਟ ਮਾਸਕ ਬਣਾਉਂਦੇ ਹਾਂ ਅਤੇ ਇਹਨੂੰ ਕਾਫੀ ਟਾਈਮ, ਕਈ ਵਾਰੀ 5 ਮਿੰਟ, ਕਈ ਵਾਰੀ ਸਾਨੂੰ ਘੰਟਿਆਂ ਬੱਧੀ ਵਿੱਚ ਟਾਈਮ ਲੱਗਦਾ। ਮੈਂ ਜੋ ਉੱਥੇ ਸੋਫਟਵੇਅਰ ਯੂਜ਼ ਕਰ ਰਿਹਾ ਜੀ, ਸੋਫਟਵੇਅਰ ਹੈਗਾ ਆ ਫੋਟੋਸ਼ਾਪ 2020 ਜੋ ਰੀਸੈਂਟ ਦੇ ਵਿੱਚ ਹੀ ਲਾਂਚ ਹੋਇਆ। ਇਹਦੇ 'ਚ ਕਾਫੀ ਜ਼ਿਆਦਾ ਜੋ ਇਹਨਾਂ ਨੇ ਪੋਰਟੇਬਿਲਿਟੀ ਦਿੱਤੀ ਹੈ, ਜੋ ਇਹਨਾਂ ਨੇ ਇਹਦੀ ਐਲਗੋਰਿਦਮ ਨੂੰ ਇਨਕਰੀਜ਼ ਕੀਤਾ, ਉਹਦੇ ਨਾਲ ਕੀ ਹੈ ਕਿ ਸਾਨੂੰ ਮਾਸਕਿੰਗ ਦੇ ਵਿੱਚ ਕੀ ਹੈ ਕਿ ਕਾਫੀ ਜ਼ਿਆਦਾ ਫਾਸਟ ਹੋ ਗਿਆ। ਕਾਫੀ ਜ਼ਿਆਦਾ ਪਹਿਲਾਂ ਟਾਈਮ ਜਿੱਥੇ ਜ਼ਿਆਦਾ ਲੱਗਦਾ ਸੀਗਾ ਉੱਥੇ ਟਾਈਮ ਘੱਟ ਲੱਗਦਾ। ਦੂਸਰਾ ਹੈ ਕਿ 2018 ਦੇ ਵਿੱਚ ਸੇਮ ਟੂਲ ਇੰਟਰੋਡਿਊਸ ਹੋਇਆ ਸੀਗਾ, ਬਟ ਉਹਦੇ 'ਚ ਕੀ ਹੈ ਕਿ ਐਜ ਸਿਲੈਕਸ਼ਨ ਦੇ ਵਿੱਚ ਕਾਫੀ ਪ੍ਰੋਬਲਮ ਆ ਰਹੀਆਂ ਸੀ। 2020 ਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਉਸ ਚੀਜ਼ ਨੂੰ ਇਨਹੈਂਸ ਕੀਤਾ ਅਤੇ ਹੁਣ ਇੱਕ ਪਰਫੈਕਟ ਮਾਸਕ ਟਾਈਪ ਸਾਡਾ ਆਟੋਮੈਟਿਕਲੀ ਸਿਲੈਕਟ ਹੋ ਜਾਂਦਾ, ਚਾਹੇ ਉਹ ਜਿੰਨਾ ਮਰਜ਼ੀ ਡਿਫੀਕਲਟ ਹੋਏ। ਵੀਡੀਓ ਦੀ ਸਟਾਰਟਿੰਗ ਕਰਨ ਤੋਂ ਪਹਿਲਾਂ ਮੈਂ ਕੁਝ ਸਬਜੈਕਟ ਜੋ ਨੇ ਉਹ ਮੈਂ ਚੂਜ਼ ਕੀਤੇ ਸੀ, ਜਿਨ੍ਹਾਂ ਦੇ ਵਿੱਚ ਸਬਜੈਕਟ ਜੋ 01 ਮੈਂ ਕੀਤਾ, ਯਾਨੀ ਕਿ ਇਹਦੀ ਮੈਨੂੰ ਜ਼ਿਆਦਾ ਡਿਫੀਕਲਟੀ ਨਹੀਂ ਲੱਗਦੀ ਕਿਉਂਕਿ ਸਿੰਗਲ ਕਲਿੱਕ 'ਤੇ ਹੋਣ ਵਾਲਾ। ਉਸ ਤੋਂ ਬਾਅਦ ਮੈਂ ਜਿਉਂ ਮੇਰੀ ਇੱਕ ਮੈਨੂੰ ਲੱਗਦਾ ਕਿ ਹਾਰਡ ਚੀਜ਼ ਹੋ ਸਕਦੀ ਹੈ ਅਤੇ ਮੈਂ ਉਸਨੂੰ ਉਸ ਨੰਬਰ ਵਾਈਜ਼ ਹੀ ਵੀਡੀਓ ਨੂੰ ਸਬਜੈਕਟ ਨੂੰ ਜੋ ਨੰਬਰ ਦਿੱਤੇ ਹੈ। ਸਭ ਤੋਂ ਪਹਿਲਾਂ ਕੀ ਹੈ ਕਿ ਸਭ ਤੋਂ ਪਹਿਲਾਂ ਮੈਂ ਸਬਜੈਕਟ 1 ਨੂੰ ਆਪਣੇ ਡਰੈਗ ਕਰਦਾ ਫੋਟੋਸ਼ਾਪ ਦੇ ਵਿੱਚ। ਅਤੇ ਬੇਸਿਕਲੀ ਕੀ ਹੈ ਕਿ ਜੋ ਆਪਣਾ ਪਹਿਲਾਂ ਜਾਂ ਇੱਕ ਆਪਾਂ ਟਰਡੀਸ਼ਨਲ ਜਿੱਦਾਂ ਕੰਮ ਕਰਦੇ ਨੇ ਫੋਟੋਸ਼ਾਪ ਜਾਂ ਜੋ ਬੇਸਿਕਲੀ ਇੱਕ ਪਹਿਲਾਂ ਅਸੀਂ ਪੈਨ ਟੂਲ ਦੇ ਨਾਲ ਅਸੀਂ ਸਿਲੈਕਟ ਕਰਕੇ ਉਸ ਤੋਂ ਬਾਅਦ ਉਹਦੀ ਪਰਫੈਕਟ ਮਾਸਕਿੰਗ ਕਰਕੇ ਕਈ ਪੁਆਇੰਟ ਲਗਾ ਕੇ ਆਪਣਾ ਟਾਈਮ ਕੰਜ਼ਿਊਮ ਕਰਕੇ ਅਤੇ ਫਿਰ ਆਪਾਂ ਇੱਕ ਮਾਸਕਿੰਗ ਵੱਲ ਜਾਂਦੇ ਹਾਂ। ਬਟ ਆਹ ਸਾਰਾ ਕੰਮ ਸੇਮ ਕੰਮ ਕੁਝ ਕਲਿੱਕਸ ਦੇ ਨਾਲ ਵੀ ਹੋ ਸਕਦਾ ਅਤੇ ਉਸੇ ਚੀਜ਼ ਦੀ ਅੱਜ ਮੈਂ ਇਨਫੋਰਮੇਸ਼ਨ ਤੁਹਾਨੂੰ ਇੱਥੇ ਇਸ ਵੀਡੀਓ ਦੇ ਵਿੱਚ ਦੇਵਾਂਗਾ। ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਸਿਰਫ ਆਪਣੀ ਜੋ ਤੁਹਾਡਾ ਇੱਕ ਬੈਕਗਰਾਊਂਡ ਲੇਅਰ ਉਹਨੂੰ ਸਿਲੈਕਟ ਕੀਤੀ। ਉਸ ਤੋਂ ਬਾਅਦ ਤੁਸੀਂ ਉੱਪਰ ਵਾਲੇ ਜੋ ਮੈਨੂ ਬਾਰ ਹੈ ਉਹਦੇ 'ਤੇ ਚਲੇ ਜਾਣਾ। ਸਿਲੈਕਟ 'ਤੇ ਪ੍ਰੈਸ ਕਰੋਗੇ ਅਤੇ ਤੁਹਾਡਾ ਇੱਕ ਡਰੋਪ ਡਾਊਨ ਮੈਨੂ ਆ ਜਾਏਗਾ। ਮੈਨੂ ਦੇ ਵਿੱਚ ਤੁਸੀਂ ਸਬਜੈਕਟ ਨੂੰ ਕਲਿੱਕ ਕਰਨਾ। ਇਸ ਨਾਲ ਕੀ ਹੋਏਗਾ ਕਿ ਕੰਪਿਊਟਰ ਆਪਣੇ ਆਪ ਐਲਗੋਰਿਦਮ ਲਏਗਾ ਅਤੇ ਤੁਹਾਡਾ ਜੋ ਵੀ ਸਬਜੈਕਟ ਹੋਏਗਾ ਮਤਲਬ ਕਿਸੇ ਵੀ ਲੇਅਰ ਦੇ ਵਿੱਚ ਅਤੇ ਉਹਨੂੰ ਸਿਲੈਕਟ ਕਰ ਦੇਗਾ। ਆ ਦੇਖੋ, ਆ ਬੇਸਿਕਲੀ ਕੀ ਹੈ ਕਿ ਇਹਨੇ ਬੈਕਗਰਾਊਂਡ ਨੂੰ ਛੇੜਿਆ ਤੱਕ ਨਹੀਂ। ਉਸ ਤੋਂ ਬਾਅਦ ਜੋ ਵੀ ਸਾਡਾ ਸਬਜੈਕਟ ਸੀਗਾ ਉਸਨੂੰ ਇਹਨੇ ਇਹਦੇ ਨਾਲ ਕੀ ਹੋਇਆ ਕਿ ਜੋ ਵੀ ਸਾਡੀ ਬੈਕਗਰਾਊਂਡ ਸੀਗੀ ਉਹਦੇ ਨਾਲ ਕੋਈ ਛੇੜਛਾੜ ਸੋਫਟਵੇਅਰ ਨੇ ਨਹੀਂ ਕੀਤੀ ਅਤੇ ਜੋ ਸਾਡਾ ਓਬਜੈਕਟ ਸੀਗਾ ਉਹਦੇ 'ਤੇ ਇੱਕ ਪ੍ਰੋਪਰ ਮਾਸਕਿੰਗ ਬਣਾ ਕੇ ਦਿੱਤੀ ਇਹਨਾਂ ਨੇ। ਉਸ ਤੋਂ ਬਾਅਦ ਤੁਸੀਂ ਮਾਸਕ 'ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਕੀ ਹੋਏਗਾ ਕਿ ਇੱਕ ਐਜ ਦੇ ਨਾਲ ਤੁਹਾਡਾ ਓਬਜੈਕਟ ਹੈ ਜੋ ਇੱਕ ਸੈਪਰੇਟ ਹੋ ਜਾਏਗਾ ਬੈਕਗਰਾਊਂਡ ਤੋਂ। ਤੁਸੀਂ ਮਾਸਕ 'ਤੇ ਕਲਿੱਕ ਕਰਨਾ। ਮਾਸਕ ਤੋਂ ਬਾਅਦ ਸਿਲੈਕਟ ਐਂਡ ਮਾਸਕ 'ਤੇ ਜਾ ਕੇ ਇਹਦੇ ਨਾਲ ਕੀ ਇਹਦੇ ਨਾਲ ਕੁਛ ਜਿਸ ਤਰ੍ਹਾਂ ਕੁਛ ਐਜਸ ਨੇ ਕਿ ਜੋ ਸ਼ਾਇਦ ਸਿਲੈਕਟ ਨਹੀਂ ਹੋਇਆ। ਇੱਕ ਐਜ ਹੈ ਕਿ ਜੋ ਆਟੋਮੈਟਿਕਲੀ ਐਲਗੋਰਿਦਮ ਦੇ ਵਿੱਚ ਸੈੱਟ ਨਹੀਂ ਹੋਇਆ। ਇਹਨੂੰ ਆਪਾਂ ਬੜੇ ਈਜ਼ੀਲੀ ਤਰੀਕੇ ਨਾਲ ਇੱਥੋਂ ਰਿਮੂਵ ਕਰ ਸਕਦੇ ਹਾਂ। ਕਰਨਾ ਕੁਛ ਨਹੀਂ, ਤੁਸੀਂ ਬਰਸ਼ ਟੂਲ ਦੇ ਵਿੱਚ ਜਾਣਾ। ਉਸ ਤੋਂ ਬਾਅਦ ਮਾਈਨਸ 'ਤੇ ਜੋ ਪਲੱਸ ਦਾ ਨਿਸ਼ਾਨ ਹੈ, ਬੇਸਿਕਲੀ ਕੀ ਹੋਏਗਾ ਇੱਥੇ ਪਲੱਸ ਦਾ ਬਾਈ ਡਿਫਾਲਟ ਸਿਲੈਕਟ ਹੁੰਦਾ। ਇਹਦੇ ਨਾਲ ਕੀ ਹੋਏਗਾ ਜੋ ਵੀ ਬੈਕਗਰਾਊਂਡ ਜਾਂ ਜੋ ਵੀ ਕਲਰ ਜਾਂ ਜੋ ਵੀ ਪਿਕਸਲ ਇਸ ਓਬਜੈਕਟ ਦੇ ਬਿਲਕੁਲ ਨਾਲ ਸੀਗੇ, ਜੋ ਬਾਈ ਡਿਫੋਲਟ ਜਿਹੜੇ ਫੋਟੋਸ਼ਾਪ ਨੇ ਸਿਲੈਕਟ ਕਰਕੇ ਡਿਲੀਟ ਕਰਤੇ, ਉਹਨਾਂ ਨੂੰ ਤੁਸੀਂ ਵਾਪਸ ਇਸ ਫੋਟੋ ਦੇ ਵਿੱਚ ਲੈ ਕੇ ਆ ਸਕਦੇ ਹੋ। ਅਤੇ ਮਾਈਨਸ ਦਾ ਜਦੋਂ ਤੁਸੀਂ ਨਿਸ਼ਾਨ ਨੂੰ ਕਰਦੇ ਹੋ ਤਾਂ ਮਾਈਨਸ ਉਲਟਾ ਕੰਮ ਕਰੇਗਾ, ਬਿਲਕੁਲ ਓਪੋਜ਼ਿਟ ਕੰਮ ਕਰੇਗਾ ਕਿ ਜੋ ਵੀ ਓਬਜੈਕਟ ਪਿਕਸਲ ਜੋ ਹੈ ਸਾਡੇ ਓਬਜੈਕਟ ਤੋਂ ਬਾਹਰਲੀ ਲੇਅਰ 'ਤੇ ਨੇ ਉਹਨਾਂ ਨੂੰ ਮਾਈਨਸ ਕਰ ਦੇਗਾ, ਉਹਨਾਂ ਨੂੰ ਡਿਲੀਟ ਕਰ ਦੇਗਾ। ਅਤੇ ਅਸੀਂ ਮਾਈਨਸ 'ਤੇ ਹੀ ਕਲਿੱਕ ਕਰਨਾ ਕਿਉਂਕਿ ਆਹ ਸਾਡਾ ਕੀ ਹੈ ਕਿ ਆਹ ਸਾਡਾ ਓਬਜੈਕਟ ਹੈ ਬੈਕਗਰਾਊਂਡ ਦਾ ਇੱਕ ਪਾਰਟ ਹੈ ਅਤੇ ਅਸੀਂ ਉਹਨੂੰ ਡਿਲੀਟ ਕਰਨਾ। ਅਸੀਂ ਬਰਸ਼ ਟੂਲ 'ਤੇ ਗਏ। ਬਰਸ਼ ਟੂਲ ਤੋਂ ਬਾਅਦ ਅਸੀਂ ਮਾਈਨਸ, ਇਹਨੂੰ ਤੁਸੀਂ ਓਲਟ ਦਬਾ ਕੇ ਇਹਨੂੰ ਪਲੱਸ ਮਾਈਨਸ ਕਰ ਸਕਦੇ ਹੋ। ਹਰ ਇੱਕ ਚੀਜ਼ ਮਤਲਬ ਸਿਰਫ ਤੁਹਾਡੇ 'ਤੇ ਹੀ ਹੈ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਯੂਜ਼ ਕਰਨਾ ਚਾਹੁੰਦੇ ਹੋ।
ਉਸ ਤੋਂ ਬਾਅਦ ਤੁਸੀਂ ਇਹਦਾ ਸਾਈਜ਼ ਜਿਹੜਾ ਬੜਾ ਘੱਟ ਕਰ ਲੈਣਾ ਹੈ। ਸਾਈਜ਼ ਘੱਟ ਕਰਨ ਦੇ ਨਾਲ ਕੀ ਹੋਏਗਾ ਕਿ ਇਹ ਸਿਰਫ ਉਸ ਚੀਜ਼ ਨੂੰ ਹੀ ਸਿਲੈਕਟ ਕਰੇਗਾ ਜਿਸ ਨੂੰ ਆਪਾਂ ਕਰਨਾ ਚਾਹੁੰਦੇ ਹਾਂ। ਦੇਖੋ ਤੁਸੀਂ ਕਿਸ ਤਰ੍ਹਾਂ ਇਹਨੇ ਇੱਕ ਕਲਿੱਕ ਦੇ ਨਾਲ ਹੀ ਆ ਚੀਜ਼ਾਂ ਸਿਲੈਕਟ ਕਰਨੀਆਂ ਸਟਾਰਟ ਕਰ ਦਿੱਤੀਆਂ। ਦੇਖੋ ਹੋਰ ਇਹਦੇ 'ਚ ਕੁਛ ਜ਼ਿਆਦਾ ਡਿਟੇਲਿੰਗ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਆਲਮੋਸਟ ਹਰ ਇੱਕ ਪਿਕਸਲ ਜੋ ਸੀਗਾ ਆਟੋਮੈਟਿਕਲੀ ਸਿਲੈਕਟ ਕਰ ਲਿਆ ਸੀ। ਇਸ ਨੂੰ ਤੁਸੀਂ ਹੁਣ ਅਲੱਗ-ਅਲੱਗ ਤਰੀਕੇ ਨਾਲ ਯੂਜ਼ ਕਰ ਸਕਦੇ ਹੋ। ਤੁਸੀਂ ਇਹਨੂੰ PNG ਸੇਵ ਕਰ ਸਕਦੇ ਹੋ। ਤੁਸੀਂ ਜਿਸ ਤੁਹਾਨੂੰ ਲੱਗਦਾ ਕਿ ਤੁਸੀਂ ਇਹਦੀ ਬੈਕਗਰਾਊਂਡ ਦਾ ਕਲਰ ਵਗੈਰਾ ਚੇਂਜ ਕਰਨਾ ਹੈ ਜਾਂ ਕੁਛ ਵੀ, ਮਤਲਬ ਜਿਸ ਤਰ੍ਹਾਂ ਤੁਸੀਂ ਇਹਨੂੰ ਐਜ਼ ਏ ਕ੍ਰੀਏਟੀਵਿਟੀ ਦੇ ਹਿਸਾਬ ਨਾਲ ਜਾਂ ਕ੍ਰੀਏਟੀਵਿਟੀ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਤੁਸੀਂ ਇਸ ਨੂੰ ਜਿਸ ਤਰ੍ਹਾਂ ਮਰਜ਼ੀ ਯੂਜ਼ ਕਰ ਸਕਦੇ ਹੋ। ਦੇਖੋ ਕਿਉਂਕਿ ਬੇਸਿਕਲੀ ਕੀ ਹੈ ਕਿ ਪਿੱਛੇ ਸਿਰਫ ਬੈਕਗਰਾਊਂਡ ਹੀ ਤੁਹਾਡੀ ਚੇਂਜ ਹੋਏਗੀ ਕਿਉਂਕਿ ਉਹ ਓਬਜੈਕਟ ਨੂੰ ਅਸੀਂ ਆਲਰੇਡੀ ਮਾਸਕ ਕਰ ਲਿਆ ਅਤੇ ਇੱਥੇ ਓਬਜੈਕਟ ਸਾਡਾ ਚੇਂਜ ਨਹੀਂ ਹੋਏਗਾ। ਨੰਬਰ 2 'ਤੇ ਜੋ ਨੰਬਰ 2 ਸਬਜੈਕਟ ਹੈ ਉਸ 'ਤੇ ਆਪਾਂ ਆਉਂਦੇ ਹਾਂ। ਇੱਥੇ ਆਪਾਂ ਗਿੱਪੀ ਗਰੇਵਾਲ ਭਾਜੀ ਨੂੰ ਸਿਲੈਕਟ ਕੀਤਾ ਹੈ। ਰੀਜ਼ਨ ਹੈ ਕਿ ਕਿਉਂਕਿ ਓਬਜੈਕਟ ਸਾਡਾ ਇੱਕ ਇਹਦੇ 'ਚ ਕੀ ਹੈ ਕਿ ਇਹਦੇ 'ਚ ਸਾਡੀ ਨਾ ਫੀਲਡ ਆਫ ਪੁਆਇੰਟ ਹੈ ਕਿ ਜਿਹਦੇ ਨਾਲ ਕੀ ਹੈ ਕਿ ਸਾਡਾ ਓਬਜੈਕਟ ਅਤੇ ਸਾਡੀ ਬੈਕਗਰਾਊਂਡ ਦੇ ਵਿੱਚ ਕਾਫੀ ਜ਼ਿਆਦਾ ਦੂਰੀ ਹੋਣ ਕਰਕੇ ਸਾਨੂੰ ਬਲਰ ਇਫੈਕਟ ਮਿਲ ਰਿਹਾ, ਜਿਹਦੇ ਨਾਲ ਕੀ ਹੋਏਗਾ ਕਿ ਜੋ ਸਾਡੇ ਐਜ ਨੇ ਓਬਜੈਕਟ 'ਚ ਅਤੇ ਬੈਕਗਰਾਊਂਡ 'ਚ ਉਹ ਕਿਤੇ ਨਾ ਕਿਤੇ ਨਾ ਬੈਕਗਰਾਊਂਡ ਦੇ ਵਿੱਚ ਮਰਜ ਹੁੰਦੇ ਆ। ਚਲੋ ਆਪਾਂ ਇਹਨੂੰ ਫੋਟੋਸ਼ੋਪ ਦੇ ਵਿੱਚ ਡਰੋਪ ਕਰਦੇ ਹਾਂ। ਦੇਖੋ ਮੈਂ ਤੁਹਾਨੂੰ ਜੋ ਚੀਜ਼ ਸਮਝਾਉਣਾ ਚਾਹ ਰਿਹਾ ਕਿ ਬੇਸਿਕ ਕੀ ਹੁੰਦਾ ਕਿ ਜੋ ਪਿਕਸਲ ਦੇ ਕਲਰ ਹੁੰਦੇ ਨੇ, ਐਜ ਦੇ ਕਲਰ ਹੁੰਦੇ ਨੇ, ਉਹ ਆਪਸ 'ਚ ਬਲੈਂਡ ਹੋਏ ਹੁੰਦੇ ਨੇ ਬਲਰ ਦੇ ਵਿੱਚ। ਜੋ ਸਾਡੀ ਪਹਿਲੀ ਫੋਟੋ ਸੀਗੀ ਉਹਦੇ 'ਚ ਕੀ ਸੀਗਾ, ਉਹਦੇ 'ਚ ਬਲਰ ਨਹੀਂ ਸੀਗਾ, ਉਹਦੇ 'ਚ ਕੋਈ ਡੈਪਥ ਆਫ ਫੀਲਡ ਦਾ ਕੋਈ ਇਫੈਕਟ ਨਹੀਂ ਸੀਗਾ, ਜਸਟ ਇੱਕੋ ਹੀ ਡੈਪਥ 'ਤੇ ਸਾਡਾ ਓਬਜੈਕਟ ਸੀਗਾ, ਨਾਲ ਹੀ ਸਾਡੀ ਬੈਕਗਰਾਊਂਡ ਸੀ ਅਤੇ ਸਾਨੂੰ ਹਾਰਡ ਜੋ ਐਜ ਸੀਗੀ ਉਹ ਸਾਨੂੰ ਮਿਲ ਗਈ ਸੀ, ਕਲੀਅਰ ਐਜ ਮਿਲ ਗਈ ਸੀ। ਇਹਦੇ 'ਚ ਕੀ ਹੈ ਕਿ ਥੋੜ੍ਹੀ ਜਿਹੀ ਪ੍ਰੋਬਲਮ ਹੋਏਗੀ ਕਿਉਂਕਿ ਐਲਗੋਰਿਦਮ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਮੈਨੂਅਲ ਕੰਮ ਕਰਨਾ ਪਏਗਾ। ਅਸੀਂ ਸੇਮ ਸਟੈਪ ਨੂੰ ਇੱਥੇ ਫੋਲੋ ਕਰਦੇ ਹਾਂ। ਮੈਂ ਅਲੱਗ-ਅਲੱਗ ਤੁਹਾਨੂੰ ਸਬਜੈਕਟ ਦੇ ਵਿੱਚ ਐਕਸਰਸਾਈਜ਼ ਇਸ ਕਰਕੇ ਕਰਾ ਰਿਹਾ ਕਿਉਂਕਿ ਹਰ ਇੱਕ ਚੀਜ਼ ਕਲੀਅਰ ਹੋ ਜੇ ਕਿ ਆਪਾਂ ਕਿਉਂਕਿ ਹਰ ਫੋਟੋ ਦੇ ਵਿੱਚ ਅਤੇ ਕਿਉਂਕਿ ਹਰ ਫੋਟੋ ਦੀ ਡਿਫੀਕਲਟੀਆਂ ਅਲੱਗ ਹੋ ਸਕਦੀਆਂ ਕਿ ਇੱਕੋ ਜਿਹੀ ਤਾਂ ਸਾਨੂੰ ਫੋਟੋ ਮਿਲਣੀ ਨਹੀਂ ਹੈ, ਅਲੱਗ-ਅਲੱਗ ਫੋਟੋ ਮਿਲੇਗੀ ਅਤੇ ਆਪਾਂ ਸੇਮ ਟੂਲ ਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਇਹਦੇ 'ਚ ਵੇਖੋ ਮੈਂ ਆ ਵੀ ਗੱਲ ਕਲੀਅਰ ਕਰਦਾ ਕਿ ਆ ਸਿਰਫ ਇੱਕ 20 ਮਿੰਟ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਚੀਜ਼ 'ਚ ਪਰਫੈਕਟ ਨਹੀਂ ਕਰ ਸਕਦਾ ਕਿਉਂਕਿ ਸਿਰਫ ਇੱਕ ਟੂਲ ਦੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ। ਤੁਹਾਨੂੰ ਪ੍ਰੈਕਟਿਸ ਕਰਨੀ ਪਏਗੀ। ਕਈ ਵਾਰੀ ਕੀ ਹੈ ਕਿ ਮਹੀਨਿਆਂ ਬੱਧੀ ਸਾਨੂੰ ਟਾਈਮ ਲੱਗ ਜਾਂਦਾ ਬਿਲਕੁਲ ਪਰਫੈਕਟ ਹੋਣ ਦੇ ਲਈ, ਕਿਉਂਕਿ ਜਦੋਂ ਅਸੀਂ ਫੋਟੋਸ਼ੋਪ ਸਟਾਰਟ ਕੀਤੀ ਸੀ ਉਦੋਂ ਬਿਲਕੁਲ ਇਹੋ ਜਿਹਾ ਕੋਈ ਟੂਲ ਨਹੀਂ ਸੀਗਾ ਕਿਉਂਕਿ 2009 ਦੇ ਵਿੱਚ ਅਸੀਂ ਪੈਨ ਟੂਲ ਯੂਜ਼ ਕਰਦੇ ਨੇ ਅਤੇ ਪੈਨ ਟੂਲ 'ਤੇ ਹੀ ਸਾਨੂੰ ਹੱਥ ਟਿਕਾਉਣ ਵਾਸਤੇ ਕਈ ਮਹੀਨੇ ਲੱਗ ਗਏ ਸੀ। ਅਤੇ ਚਲੋ ਅਸੀਂ ਫਿਰ ਤੋਂ ਆਪਣੀ ਬੈਕਗਰਾਊਂਡ ਸਿਲੈਕਟ ਕੀਤੀ। ਸਿਲੈਕਟ ਕਰਨ ਤੋਂ ਬਾਅਦ ਸਿਲੈਕਟ ਮੈਨੂ ਦੇ ਵਿੱਚ ਆਏ, ਉਸ ਤੋਂ ਬਾਅਦ ਡਰੋਪ ਡਾਊਨ ਮੈਨੂ ਦੇ ਵਿੱਚ ਆਪਾਂ ਸਬਜੈਕਟ ਨੂੰ ਸਿਲੈਕਟ ਕੀਤਾ। ਹੁਣ ਕੀ ਹੈ ਕਿ ਇਹਨੇ ਇੱਕ ਮਾਸਕ ਤਿਆਰ ਕਰ ਦਿੱਤਾ ਹੈ, ਬਟ ਆਇਆ ਕਿ ਮਾਸਕ ਦੇ ਵਿੱਚ ਹੇਅਰ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ, ਆਲਮੋਸਟ ਠੀਕ ਹੈ ਕਿਉਂਕਿ ਕੁਛ ਕਲਰ ਨੇ ਜੋ ਆਲਰੇਡੀ ਬੈਕਗਰਾਊਂਡ ਦੇ ਨਾਲ ਮਰਜ ਹੈ ਅਤੇ ਇਹਨਾਂ ਦੀ ਸਾਨੂੰ ਜ਼ਰੂਰਤ ਵੀ ਕੋਈ ਨਹੀਂ ਹੈ, ਉਹ ਠੀਕ ਹੈ। ਬਟ ਕੁਛ ਓਬਜੈਕਟ ਇਹੋ ਜਿਹੇ ਵੀ ਇੱਥੋਂ ਵੀ ਬਿਲਕੁਲ ਠੀਕ ਹੈ, ਆ ਵੀ ਬਿਲਕੁਲ ਠੀਕ ਹੈ, ਆਲਮੋਸਟ ਠੀਕ ਹੈ। ਕੋਈ ਇਹੋ ਜਿਹਾ ਕੋਈ ਪਾਰਟ ਨਹੀਂ ਦਿਖ ਰਿਹਾ ਮੈਨੂੰ, ਸਿਰਫ ਐਸੇ ਏਰੀਏ ਦੇ ਨੂੰ ਛੱਡ ਕੇ ਕਿ 'ਚ ਕੋਈ ਪ੍ਰੋਬਲਮ ਹੈਗੀ। ਕੋਸ਼ਿਸ਼ ਕਰਦੇ ਇਹਨੂੰ ਠੀਕ ਕਰਨ ਦੀ। ਸਭ ਤੋਂ ਪਹਿਲਾਂ ਇਹਨੂੰ ਮਾਸਕ ਕਰਦੇ ਹਾਂ। ਮਾਸਕ ਕਰਨ ਤੋਂ ਬਾਅਦ ਅਸੀਂ ਇਹਦੀ ਸਿਲੈਕਟ ਐਂਡ ਮਾਸਕ ਪ੍ਰੋਪਰਟੀ 'ਤੇ ਜਾਵਾਂਗੇ। ਚੀਜ਼ ਇੱਕ ਨੋਟ ਕਰਨ ਵਾਲੀ ਹੈ ਕਿ ਜਦੋਂ ਤੁਸੀਂ ਇੱਕ ਇਮੇਜ ਨੂੰ ਸਿਲੈਕਟ ਕਰੋਗੇ ਤਾਂ ਇੱਥੇ ਉਹ ਓਪਸ਼ਨ ਆਉਣਗੇ ਨਹੀਂ। ਤੁਹਾਨੂੰ ਕੀ ਹੈ ਕਿ ਤੁਹਾਨੂੰ ਮਾਸਕ ਦੀ ਪ੍ਰੋਪਰਟੀ ਨੂੰ ਹੀ ਸਿਲੈਕਟ ਕਰਨਾ ਪਏਗਾ ਤਾਂ ਜੋ ਤੁਸੀਂ ਸਿਲੈਕਟ ਐਂਡ ਮਾਸਕ ਨੂੰ ਯੂਜ਼ ਕਰ ਸਕੋ। ਤੁਸੀਂ ਸਿਲੈਕਟ ਐਂਡ ਮਾਸਕ ਦੇ ਵਿੱਚ ਗਏ, ਤੁਸੀਂ ਇੱਥੋਂ ਵਿਊ ਚੇਂਜ ਕਰ ਸਕਦੇ ਹੋ ਕਿ ਤੁਹਾਨੂੰ ਔਨ ਲੇਅਰ ਦਾ ਮਤਲਬ ਹੈ ਕਿ ਇਹਦੇ ਪਿੱਛੇ ਕੋਈ ਲੇਅਰ ਨਹੀਂ ਹੈ, ਬਿਲਕੁਲ ਟਰਾਂਸਪੇਰੈਂਟ ਇਸ ਕਰਕੇ ਸ਼ੋ ਹੋ ਰਿਹਾ। ਅਨੀਅਨ ਸਕਿਨ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਸਾਡਾ ਓਬਜੈਕਟ ਕਿੱਥੇ ਹੈ ਅਤੇ ਸਾਡੀ ਕੀ ਚੀਜ਼ ਮਿਸਿੰਗ ਹੈ। ਇਹਦੀ ਤੁਸੀਂ ਟਰਾਂਸਪੇਰੈਂਸੀ ਆਪਣੇ ਹਿਸਾਬ ਨਾਲ ਘਟਾ ਵਧਾ ਸਕਦੇ ਹੋ। ਸਾਡਾ ਨਾ ਕੋਟ ਦਾ ਆਹ ਪਾਰਟ ਮਿਸਿੰਗ ਹੈ, ਇਹਨੂੰ ਬਿਲਕੁਲ ਅਸੀਂ ਆਸਾਨੀ ਤਰੀਕੇ ਨਾਲ ਹੀ ਲੈ ਕੇ ਆ ਸਕਦੇ ਹਾਂ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਐਗਜ਼ਾਮਪਲ ਦੇ ਵਿੱਚ ਦੱਸਿਆ ਸੀਗਾ ਕਿ ਤੁਸੀਂ ਬਰਸ਼ ਟੂਲ ਦੇ ਯੂਜ਼ ਦੇ ਨਾਲ ਇਹਨੂੰ ਵਾਪਸ ਲੈ ਕੇ ਜਾ ਸਕਦੇ। ਕੁਛ ਨਹੀਂ ਕਰਨਾ, ਤੁਸੀਂ ਸਿਰਫ ਇੱਕ ਜਸਟ ਪੇਂਟਿੰਗ ਕਰਨੀ ਹੈ ਐਜ ਦੀ ਬਿਲਕੁਲ ਨਾਲ ਕਿ ਜਿਹਦੇ ਨਾਲ ਜੋ ਵੀ ਇਹਦਾ ਪਾਰਟ ਹੋਏਗਾ ਕੋਟ ਦਾ
ਉਹ ਆਟੋਮੈਟਿਕਲੀ ਤੁਹਾਡੇ ਬੈਕਗਰਾਊਂਡ ਦੇ ਨਾਲ ਤੁਹਾਡੇ ਬਾਕੀ ਪਿਕਸਲ ਦੇ ਨਾਲ ਮਰਜ ਹੋ ਜਾਏਗਾ। अब मेरे वीर जो भी वैडिंग फोटोग्राफी करते हैं या जो भी एल्बम डिज़ाइन करते हैं उन्होंने वास्ते काफ़ी सौखा तरीके दे नाल है, क्योंकि सब तो ज़्यादा जो काम निकलता है मैरिज दे विच एक एल्बम दे विच वो हुंदा है तुहाडे जो लाड़ा ते लाड़ी दियां फोटोआं नूं एडिटिंग करना या उन्हां दी एडिटिंग नूं रीटच करना। तो बेसिक काफ़ी सौखा काम है कि तुसीं कुछ सिंगल क्लिक दे नाल ही इनू ठीक कर सकते हो। काफ़ी ज़्यादा जो पहला आपां नूं जिथे जिथे एक एक दो दो घंटे लग जाते सी, उस चीज़ नूं सिर्फ तुसीं 5 या 7 मिनट दे विच इनू ठीक कर सकते हो। मेरे हिसाब नाल काफ़ी ज़्यादा इंप्रूवड हो गया है। क्या तुसीं जे पहला वाली फोटो या हुण वाली फोटो दे विच देख रहे हो तो काफ़ी ज़्यादा अंतर भी है। तो असीं इनू ही करते हैं। उस तो बाद तुसीं इस फोटो नूं एज ए PNG सेव कर सकते हो। इस जे तुहानूं लगदा है कि तुसीं इस ते बैकग्राउंड चेंज करना है तो तुसीं बेसिकली इस ते बैकग्राउंड भी चेंज कर सकते हो। ऑल डिपेंड है कि तुसीं किस चीज़ नूं एक मिनट एक पार्ट है किस चीज़ का पार्ट, हाँ एक बैकग्राउंड का पार्ट जो है सानूं ब्लैक दे विच नहीं दिस रहा। जो तुसीं वाइट दे विच आए तो सानूं दिसिया। आप इनू बिल्कुल ठीक करते हैं। तुसीं कुछ नहीं करना, तुसीं मास्किंग ते गए, लेयर मास्क नूं स्टार्ट किया, अगेन सिलेक्ट एंड मास्क ते गए। उस तो बाद तुसीं प्लस की जगह ओल्ट नूं प्रैस करोगे तो माइनस दे विच कन्वर्ट हो जाएगा। तुसीं देख रहे हो कि स्क्रीन के उपर अजे प्लस है तो जिस तरह ही मैं ओल्ट किया तो माइनस दे विच आ गया। तुसीं की है कि तुसीं इनू रिमूव कर देना। बेसिकली तुसीं इसनों इस सेम चीज़ नूं एक इरेजर टूल दे नाल भी यूज़ कर सकते हो। टूल काफ़ी सिमिलियर ने फोटोशॉप दे विच, जिन्हां दा यूज़ भी काफ़ी सिमिलियर है, बट हाँ डिपेंड करता है कि तुहानूं ईजी केड़ा लगदा है। हाँ जी बिल्कुल ठीक हो गया। हुण असीं इनू करते हैं तो हुण साडा जो भी अच्छा है वो चला गया। हाँ वधदे हैं जी अपने एग्जाम्पल नंबर 3 दे उपर कि एग्जाम्पल नंबर 3 दे उपर कौन ने। अगेन गिप्पी गरेवाल भाजी इन्हां दे मैं क्यों चूज़ किया, क्योंकि बेसिक ये है कि पग है काफ़ी लो क्वालिटी की फोटो है, पिक्सलेट होएगी। तो कई बार की हुंदा कि क्लाइंट सानू सेम चीज़ां भेजदा है उन्होंने, क्योंकि उस लेवल की एक आउटपुट नहीं होंदी। या कई बार की हुंदा कि सानू थंबनेल डिज़ाइन करने पैंदे हैं, जिहदे च की है कि सानू वीडियो दे विचों कुछ फोटो नूं सिलेक्ट करके फिर उन्हां दी मास्किंग करनी पैंदी। बिल्कुल आसान तरीके नाल ही हो जाएगी, क्योंकि कॉन्सैप्ट ते ऑब्जैक्ट बिल्कुल सेम ही है। तुसीं अगेन इनू जो ड्रॉप करोगे, ड्रॉप करन तो बाद तुहाडी ऑलरेडी जो लेयर है सिलेक्ट होएगी। सिलेक्ट करन तो बाद सिलेक्ट मैन्यू, फिर ड्रॉप डाउन मैन्यू दे विच सबजैक्ट नूं सिलेक्ट करोगे, तुहाडी मास्किंग ऑलरेडी विद इन अ सैकेंड दे विच ही हो जाएगी। देखो इहदे च की है कि इहदे च क्योंकि पिक्सलेट सी काफ़ी ज़्यादा इमेज, तो इन्नी ज़्यादा की है कि तुसीं मैं इनू होर करदा तो तुहानूं पिक्सल नज़र आ जाणगे। सॉफ्टवेयर की इक्को ही थोड़ी जी हैगी है, क्योंकि जो इसकी रेजोल्यूशन होंदी है वो डिपेंडेंट होंदी है कि असीं एक हद तक ही जाके इसकी रेजोल्यूशन ते काम कर सकते हैं। इंस्टेड कि असीं जिस तरह कोरल ड्रा हो गया या अडोबी इलस्ट्रेटर हो गया, उहदे च की है कि इंडिपेंडेंट होंदी है कि तुसीं जिन्नी मर्जी रेजोल्यूशन ते जाके काम कर सकते हो। उस तो बाद कोशिश करते हैं कि जी इनू भी थोड़ा जिहा इनहैंस करन दी, क्योंकि फिलहाल तो मैनू इस काफ़ी ज़्यादा प्रॉब्लम नज़र आ रही है। असीं अगेन मास्क सिलेक्ट किया, मास्क सिलेक्ट करन तो बाद असीं दी प्रॉपर्टी च गए, प्रॉपर्टी सिलेक्ट करन तो बाद असीं सिलेक्ट एंड मास्किंग दे विच चले गए। उस तो बाद की है कि सानू जो सब तो वड्डी प्रॉब्लम लगी है साडी इत्थे कोलर मिसिंग है। कोलर मिसिंग सेम तरीका तुसीं ब्रश टूल यूज़ किया, ब्रश टूल ते प्लस का निशान, प्लस का निशान मतलब कि साडा कोई ऑब्जैक्ट का कोई पार्ट रह गया जो बैकग्राउंड दे विच है ते असीं उहनूं वापस लैके आउणा। तुसीं कुछ नहीं करना, तुसीं इहदी एज दे नाल जिथे जिथे तुहानूं लगदा है तुसीं नाल ही सिलेक्शन करनी है कि तां जो वो ऑब्जैक्ट जो अपना मिसिंग है वो होना स्टार्ट हो जाए। हुण की है कि हुण मैं थोड़ी बैकग्राउंड भी सिलेक्ट की है, क्योंकि मैनू थोड़ा जिहा क्लीयर होए कि मेरा की ऑब्जैक्ट है तो कित्थों तक वो होएगा। इनू मैं आसानी नाल दोबारा फिर डिलीट कर लाँगा। हाँ देखो माइनस का निशान ओल्ट प्रेस करोगे तो रिवर्स इफेक्ट देगा। अब मैं थोड़ा जिहा इन्हां दे हेयर से भी करता।
बाकी थोड़ा सा ऊपर भी है कि क्या मास्किंग है माइनस उस तो बाकी ठीक है ਅਸੀਂ ਇਹਨੂੰ ਵੇਖਦੇ ਹਾਂ ਹੁਣ ਠੀਕ ਹੈ ਜੀ ਜੋ ਸਾਡਾ ਇੱਕ ਪਾਰਟ ਮਿਸਿੰਗ ਸੀ ਉਹ ਸਾਡਾ ਪਾਰਟ ਦੁਬਾਰਾ ਤੋਂ ਸਾਡੀ ਵੀਡੀਓ ਦੇ ਵਿੱਚ ਆਇਆ ਸਾਡੀ ਜੋ ਸਾਡਾ ਪਾਰਟ ਮਿਸਿੰਗ ਸੀਗਾ ਉਹ ਦੁਬਾਰਾ ਤੋਂ ਅਸੀਂ ਇਹਨੂੰ ਆਪਾਂ ਲੈ ਕੇ ਆਏ ਹਾਂ ਮਾਸਕਿੰਗ ਦੇ ਵਿੱਚ ਬਟ ਅਜੇ ਵੀ ਥੋੜੀ ਪ੍ਰੋਬਲਮ ਆ ਅਸੀਂ ਇਹਨੂੰ ਹੋਰ ਥੋੜਾ ਰਿਫਾਈਨ ਕਰਦੇ ਹਾਂ ਤੇ ਜਿੱਥੇ ਜਿੱਥੇ ਸਾਨੂੰ ਲੱਗ ਰਿਹਾ ਸੀ ਉੱਥੇ ਉੱਥੇ ਅਸੀਂ ਇਹਨੂੰ ਕਰ ਦਿੱਤਾ ਹੁਣ ਬਿਲਕੁਲ ਠੀਕ ਹੈ ਹੁਣ ਅਗੇਨ ਤੁਸੀਂ ਇਹਦੀ ਬੈਕਗਰਾਊਂਡ ਚੇਂਜ ਕਰਨੀ ਹੈ ਜਾਂ ਜਿਸ ਤਰ੍ਹਾਂ ਵੀ ਤੁਸੀਂ ਇਹਨਾਂ ਨੂੰ ਵਰਕਆਊਟ ਕਰਨਾ ਉਹ ਤੁਹਾਡੇ 'ਤੇ ਡਿਪੈਂਡ ਹੈ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਜੋ ਆ ਐਜ ਬੈਕਗਰਾਊਂਡ ਦੇ ਵਿੱਚ ਜੋ ਕਲਰ ਸ਼ੋ ਹੋ ਰਿਹਾ ਇਸ ਨੂੰ ਵੀ ਬਿਲਕੁਲ ਆਸਾਨੀ ਦੇ ਨਾਲ ਤੁਸੀਂ ਠੀਕ ਕਰ ਸਕਦੇ ਹੋ ਅਗੇਨ ਮਾਸਕਿੰਗ 'ਤੇ ਜਾ ਕੇ ਸਿਲੈਕਟ ਐਂਡ ਮਾਸਕ ਪ੍ਰੋਪਰਟੀਜ਼ ਉੱਤੇ ਤੁਸੀਂ ਸਮੂਥਨੈਸ ਨੂੰ ਇਨਕਰੀਜ਼ ਕਰ ਸਕਦੇ ਹੋ ਤੁਸੀਂ ਫੈਦਰ ਨੂੰ ਇਨਕਰੀਜ਼ ਕਰ ਸਕਦੇ ਹੋ ਕਿ ਜਿਹਦੇ ਨਾਲ ਕੀ ਹੋਏਗਾ ਜੋ ਤੁਹਾਡੇ ਮਾਸਕਿੰਗ ਆ ਦੇਖੋ ਜੋ ਕਲਰ ਹੈ ਉਹ ਤੁਹਾਡਾ ਫੈਦਰ ਦੇ ਵਿੱਚ ਆ ਜਾਏਗਾ ਕਿ ਆਟੋਮੈਟਿਕਲੀ ਕੁਝ ਪਿਕਸਲ ਹੈ ਫੋਟੋਸ਼ਾਪ ਸਿਲੈਕਟ ਕਰਨਾ ਸ਼ੁਰੂ ਕਰ ਦੇਗਾ ਜਿਹਦੇ ਨਾਲ ਤੁਹਾਡੇ ਹੋਰ ਕਲਰ ਇਨਹੈਂਸ ਹੋ ਜਾਣਗੇ ਸਿਰਫ ਇੱਕ ਐਗਜ਼ਾਮਪਲ ਸੀਗਾ ਕਿ ਇਨ ਕੇਸ ਜੇ ਸਾਡੇ ਕੋਲ ਇੱਕ ਲੋ ਰੈਜ਼ੋਲੂਸ਼ਨ ਦੀ ਫੋਟੋ ਆਉਂਦੀ ਹੈ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਵਰਕਆਊਟ ਕਰ ਸਕਦੇ ਹਾਂ ਉਸ ਤੋਂ ਬਾਅਦ ਅਸੀਂ ਨਿੰਜਾ ਭਾਜੀ ਦੀ ਇੱਕ ਫੋਟੋ ਨੂੰ ਐਡਿਟ ਕਰਦੇ ਹਾਂ ਇਹਦੇ 'ਚ ਮੈਂ ਬੇਸਿਕ ਕੀ ਹੈ ਕਿ ਸੇਮ ਚੀਜ਼ਾਂ ਹੀ ਨੇ ਕਿਉਂਕਿ ਬੈਕਗਰਾਊਂਡ ਬਲਰ ਕਾफ़ी अच्छा है इमेज क्वालिटी ठीक है ना ज़्यादा अच्छी है ना ज़्यादा बुरी है बट फिर भी आप इतने कुछ ना कुछ स्टार्ट करने की कोशिश करते हैं अगेन टूल यूज़ करांगे जी सिलेक्ट एंड मास्किंग का क्योंकि मतलब बेसिक आया कि बेसिक पेन टूल ते हर एक नूं नॉलेज हैगी आ ਉਹ ਤੁਹਾਨੂੰ ਵੀ ਨੌਲੇਜ ਹੈਗੀ ਆ ਤਾਂ ਹੀ ਮੈਂ ਬਿਲਕੁਲ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਸੀ ਕਿ ਤੁਸੀਂ ਜੋ ਵੀ ਮੇਰਾ ਵੀਰ ਇਸ ਨੂੰ ਬੇਸਿਕ ਦੇ ਵਿੱਚ ਲੈ ਕੇ ਸੋਚ ਕੇ ਚੱਲ ਰਿਹਾ ਉਸ ਵੀਡੀਓ ਨੂੰ ਕੰਟੀਨਿਊ ਨਾ ਕਰਨ ਅਗੇਨ ਦੇ ਵਿੱਚ ਅਸੀਂ ਸਿਲੈਕਟ ਮੈਨੂ 'ਤੇ ਗਏ ਸਿਲੈਕਟ ਮੈਨੂ ਡਰੋਪ ਡਾਊਨ ਮੈਨੂ ਦੇ ਵਿੱਚ ਅਸੀਂ ਸਬਜੈਕਟ ਨੂੰ ਸਿਲੈਕਟ ਕੀਤਾ ਅਤੇ ਆਪਣਾ ਇੱਕ ਜੋ ਮਾਸਕਿੰਗ ਹੈ ਜੋ ਇੱਕ ਲੇਅਰ ਮਾਸਕ ਹੈ ਉਹ ਸਾਡਾ ਤਿਆਰ ਹੋ ਜਾਏਗਾ ਇਹਦੇ 'ਚ ਕੀ ਹੈ ਕਿ ਇਹਦੇ 'ਚ ਜੋ ਕੁਛ ਪਾਰਟਸ ਮਿਸਿੰਗ ਹੈ ਹੇਅਰ ਠੀਕ ਹੈ ਕਿਉਂਕਿ ਬਿਲਕੁਲ ਮਰਜ ਸੀ ਇਹਦੇ ਨਾਲ ਅਤੇ ਤਾਂ ਨਹੀਂ ਸਿਲੈਕਟ ਕੀਤੇ ਇਸ ਨੂੰ ਆਪਾਂ ਲੈ ਕੇ ਆ ਸਕਦੇ ਹਾਂ ਫੋਟੋ ਦੇ ਵਿੱਚ ਦੁਬਾਰਾ ਤੋਂ ਉਸ ਤੋਂ ਬਾਅਦ ਕੀ ਹੈ ਕਿ ਬੈਕਗਰਾਊਂਡ ਦੇ ਵਿੱਚ ਠੀਕ ਹੈ ਥੋੜ੍ਹਾ ਜਿਹਾ ਇੱਥੇ ਕੰਮ ਖਰਾਬ ਕੀਤਾ ਇਹਨੇ ਬਟ ਹਾਂ ਇਹਨੂੰ ਆਪਾਂ ਕੁਛ ਨਾ ਕੁਛ ਠੀਕ ਕਰ ਸਕਦੇ ਹਾਂ ਚਲੋ ਅਸੀਂ ਦੁਬਾਰਾ ਫਿਰ ਮਾਸਕਿੰਗ 'ਤੇ ਸਟਾਰਟ ਕੀਤਾ ਮਾਸਕ 'ਤੇ ਜਾ ਕੇ ਅਸੀਂ ਮਾਸਕ ਲੇਅਰ ਨੂੰ ਸਿਲੈਕਟ ਕੀਤਾ ਸਿਲੈਕਟ ਐਂਡ ਮਾਸਕ 'ਤੇ ਜਾ ਕੇ ਆਪਾਂ ਇਹਨੂੰ ਰਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਸਭ ਤੋਂ ਪਹਿਲੀ ਚੀਜ਼ ਹੈ ਜੀ ਆਪਣਾ ਕੁਛ ਪਾਰਟ ਹੈ ਜੋ ਲੈਗ ਦਾ ਪਾਰਟ ਹੈ ਉਹ ਮਿਸਿੰਗ ਹੈ ਅਤੇ ਸਭ ਤੋਂ ਪਹਿਲਾਂ ਤਾਂ ਆਪਾਂ ਉਸ ਨੂੰ ਲੈ ਕੇ ਆਉਂਦੇ ਹਾਂ ਨੋਰਮਲ ਕੀ ਹੈ ਕਿ ਨੋਰਮਲ ਤੁਸੀਂ ਪੇਂਟ ਹੀ ਕਰਨਾ ਹੈ ਪੇਂਟ ਕਰਨ ਦੇ ਨਾਲ ਕੀ ਕਿ ਤੁਹਾਡਾ ਉਹ ਪਾਰਟ ਆ ਜਾਏਗਾ ਸਾਨੂੰ ਜੋ ਲੇਅਰ ਹੈ ਸਾਨੂੰ ਦਿਖ ਰਹੀ ਹੈ ਵੀ ਮੇਰਾ ਪਾਰਟ ਕਿੱਥੇ ਤੱਕ ਹੈ ਅਤੇ ਮੈਂ ਉਸ ਹਿਸਾਬ ਦੇ ਨਾਲ ਆਪਣੇ ਬਰਸ਼ ਦਾ ਸਾਈਜ਼ ਜਾਂ ਆਪਣੇ ਬਰਸ਼ ਦਾ ਜੋ ਵੀ ਪ੍ਰੈਸ਼ਰ ਹੈ ਉਸ ਨੂੰ ਮੈਂ ਮੇਨਟੇਨ ਕਰ ਸਕਦਾ ਇਸ ਤਰ੍ਹਾਂ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ ਹੈ ਕਿ ਤੁਸੀਂ ਅਲੱਗ-ਅਲੱਗ ਵਿਊ ਦੀਆਂ ਜੋ ਪ੍ਰੋਪਰਟੀਆਂ ਹੁੰਦੀਆਂ ਉਹਨਾਂ 'ਤੇ ਜਾ ਕੇ ਤੁਸੀਂ ਇਸ ਨੂੰ ਕੰਮ ਕਰ ਸਕਦੇ ਹੋ ਕਿ ਜ਼ਰੂਰੀ ਨਹੀਂ ਹੈ ਕਿ ਕਈ ਵਾਰੀ ਕੀ ਹੁੰਦਾ ਕਿ ਬਲੈਕ ਦੇ ਵਿੱਚ ਕੁਝ ਸਾਨੂੰ ਪਿਕਸਲ ਨਜ਼ਰ ਨਹੀਂ ਆਉਂਦੇ ਜੋ ਇੱਕ ਹਾਰਡ ਜਾਂ ਇੱਕ ਐਜ ਪਿਕਸਲ ਹੁੰਦੇ ਆ ਉਹ ਸਾਨੂੰ ਨਜ਼ਰ ਨਹੀਂ ਆਉਂਦੇ ਇਸ ਕਰਕੇ ਕੀ ਹੈ ਕਿ ਤੁਸੀਂ ਅਲੱਗ-ਅਲੱਗ ਪ੍ਰੋਪਰਟੀਆਂ ਯੂਜ਼ ਕਰਕੇ ਇਸ ਨੂੰ ਦੇਖ ਸਕਦੇ ਹੋ ਠੀਕ ਹੈ ਜੀ ਪਹਿਲਾ ਇਸ਼ੂ ਜੋ ਸੀ ਜੋ ਸਾਡਾ ਬੈਕਗਰਾਊਂਡ ਦਾ ਉਹ ਸਾਡਾ ਸੋਲਵ ਹੋ ਚੁੱਕਾ ਉਸ ਤੋਂ ਬਾਅਦ ਇਸ ਨੇ ਇੱਕ ਬੈਕਗਰਾਊਂਡ ਦੇ ਕੁਝ ਨੂੰ ਵੀ ਸਿਲੈਕਟ ਕੀਤਾ ਇਸ ਨੂੰ ਬਿਲਕੁਲ ਆਸਾਨੀ ਦੇ ਨਾਲ ਹੀ ਅਸੀਂ ਕਰਾਂਗੇ ਉਲਟ ਜਦੋਂ ਤੁਸੀਂ ਪ੍ਰੈਸ ਕਰੋਗੇ ਤਾਂ ਮਾਈਨਸ ਦੇ ਵਿੱਚ ਆ ਜਾਏਗਾ ਸਾਈਜ਼ ਥੋੜ੍ਹਾ ਜਿਹਾ ਛੋਟਾ ਚਾਹੀਦਾ ਮੈਨੂੰ ਕਿ ਜੋ ਬਰਸ਼ ਦਾ ਸਾਈਜ਼ ਹੈ ਉਹ ਥੋੜ੍ਹਾ ਜਿਹਾ ਛੋਟਾ ਹੋਏ ਸਾਈਜ਼ 9 ਪਿਕਸਲ ਹੈ ਜੀ ਮੈਂ ਇਹਨੂੰ ਸਿਰਫ 5 ਪਿਕਸਲ ਕਰਦਾ ਅਤੇ ਮਾਈਨਸ ਦੇ ਵਿੱਚ ਕਰਦਾ ਕਿਉਂਕਿ ਦੇਖੋ ਮਤਲਬ ਕੋਈ ਜ਼ਿਆਦਾ ਕੋਈ ਹਾਰਡ ਮਿਹਨਤ ਕਰਨ ਦੀ ਲੋੜ ਨਹੀਂ ਹੈ ਕਿ ਤੁਸੀਂ ਇੱਕ ਇਫੈਕਟ ਨੂੰ ਗੇਨ ਕਰਨ ਵਾਸਤੇ ਜਾਂ ਕਟਿੰਗ ਕਰਨ ਵਾਸਤੇ ਜਾਂ ਕਟ ਆਊਟ ਕਰਨ ਵਾਸਤੇ ਉਮੀਦ ਕਰਦਾ ਕਿ ਜੋ ਮੇਰੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਉਹਨਾਂ ਵਾਸਤੇ ਆ ਇਨਫੋਰਮੇਸ਼ਨ ਜੋ ਹੋਏਗੀ ਉਹ ਇੱਕ ਅੱਛੀ ਇਨਫੋਰਮੇਸ਼ਨ ਹੋਏਗੀ ਜਿਹਦੇ 'ਚ ਉਹਨਾਂ ਦਾ ਕੁਛ ਨਾ ਕੁਛ ਟਾਈਮ ਜੋ ਹੈ ਬਚੇਗਾ ਅਤੇ ਉਹ ਇਸ ਵੀਡੀਓ ਨੂੰ ਲਾਈਕ
ਲਾਈਕ ਜ਼ਰੂਰ ਕਰ ਦੇਣ ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਡੋਬ ਪ੍ਰੀਮੀਅਰ 'ਤੇ ਕਲਾਸਿਸ ਸਟਾਰਟ ਕਰਾਂਗੇ, ਜਿਸ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜੀ ਬੇਸਿਕ ਤੋਂ ਲੈ ਕੇ ਇੱਕ ਐਡਵਾਂਸ ਐਡੀਟਿੰਗ ਤੱਕ ਦੀ ਜੋ ਟੈਕਨੀਕ ਹੈ ਉਹ ਆਪਾਂ ਇਹਦੇ ਵਿੱਚ ਲੈ ਕੇ ਆਈਏ। ਬੇਸਿਕ ਕੀ ਹੈ ਕਿ ਮੇਰਾ ਜੋ ਮਾਸਕ ਹੈ, ਜੋ ਮੇਰਾ ਇੱਕ ਸਿਲੈਕਸ਼ਨ ਆ ਉਹ ਮੇਰੀ ਠੀਕ ਹੋ ਗਈ ਹੈ, ਕਿਉਂਕਿ ਮੈਨੂੰ ਇਹ 'ਚ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਨਜ਼ਰ ਆ ਰਹੀ। ਤਾਂ ਮੈਂ ਬੇਸਿਕਲੀ ਕੀ ਹੈ ਕਿ ਇਹਨੂੰ ਯੈਸ ਕਰਤਾ ਨਾ, ਅਤੇ ਜੋ ਵੀ ਸਾਡਾ ਪਾਰਟ ਮਿਸਿੰਗ ਸੀਗਾ ਜਾਂ ਜੋ ਵੀ ਸਾਡੀ ਬੈਕਗਰਾਊਂਡ ਸਿਲੈਕਸ਼ਨ ਸੀਗੀ ਉਹ ਹੁਣ ਰਿਮੂਵ ਹੋ ਚੁੱਕੀ ਹੈ। ਹੁਣ ਅਗੇਨ ਤੁਸੀਂ ਇਸ ਨੂੰ ਕਿਸ ਤਰ੍ਹਾਂ ਤੁਸੀਂ ਇਹਨੂੰ ਯੂਜ਼ ਕਰਨਾ ਚਾਹੁੰਦੇ ਹੋ ਉਹ ਫਿਰ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਇਹਨੂੰ ਕ੍ਰੀਏਟੀਵਿਟੀ ਵਾਈਜ਼ ਲੈ ਕੇ ਜਾਣਾ ਜਾਂ ਤੁਸੀਂ ਇਹਨੂੰ ਕਿੱਦਾਂ ਜਾਂ ਇਹਦੇ ਕਲਰ ਇਨਹੈਂਸ ਕਰਨੇ ਬੈਕਗਰਾਊਂਡ ਦੇ, ਅਤੇ ਉਹ ਤੁਸੀਂ ਇੱਥੋਂ ਜਾ ਕੇ ਤੇ ਆਹ ਚੀਜ਼ ਕਰ ਸਕਦੇ ਹੋ। ਮਤਲਬ ਸਭ ਕੁਝ ਇੱਥੇ ਜੋ ਹੈ ਇੱਕ ਆਪਣੇ 'ਤੇ ਹੀ ਡਿਪੈਂਡ ਹੈ। ਜਾਂ ਤੁਸੀਂ ਇਸ ਚੀਜ਼ ਨੂੰ ਵੀ ਕਰਕੇ ਕਿ ਤੁਹਾਡਾ ਜੋ ਬੈਕਗਰਾਊਂਡ ਹੈ ਉਸ ਚੀਜ਼ 'ਤੇ ਕੋਈ ਜ਼ਿਆਦਾ ਇਫੈਕਟ ਨਾ ਪਏ, ਅਤੇ ਉਹ ਤੁਸੀਂ ਕਲਰ ਦੀ ਜਾਂ ਫੋਟੋ ਦੀ ਜੋ ਕੁਆਲਿਟੀ ਹੈ ਉਹਨੂੰ ਇਨਹੈਂਸ ਕਰ ਸਕਦੇ ਹੋ। ਠੀਕ ਹੈ ਦੋਸਤੋ, ਅਤੇ ਉਮੀਦ ਕਰਦਾ ਕਿ ਕਾਫੀ ਹੱਦ ਤੱਕ ਤੁਹਾਨੂੰ ਜੋ ਹੈ ਇਸ ਟੂਲ ਬਾਰੇ ਪਤਾ ਲੱਗ ਗਿਆ ਹੋਣਾ ਅਤੇ ਟੂਲ ਦੀ ਸਮਝ ਵੀ ਲੱਗ ਗਈ ਹੋਣੀ ਹੈ ਕਿ ਕਿਸ ਤਰ੍ਹਾਂ ਟੂਲ ਯੂਜ਼ ਹੁੰਦਾ ਅਤੇ ਕੀ ਸਾਨੂੰ ਪ੍ਰੋਬਲਮ ਆ ਸਕਦੀਆਂ। ਇੱਕ ਜੋ ਲਾਸਟ ਮੈਂ 'ਚ ਐਗਜ਼ਾਮਪਲ ਦੇਣਾ ਚਾਹਾਂਗਾ ਜੀ, ਉਹ ਕੋਰਬੀ ਦੀ ਫੋਟੋ। ਇਹਦੇ 'ਚ ਕੀ ਹੈ ਕਿ ਇਹਦੇ 'ਚ ਹੋਰ ਜ਼ਿਆਦਾ ਮਤਲਬ ਮੈਂ ਤੁਹਾਨੂੰ ਕੀ ਹੈ ਕਿ ਇਹਨੂੰ ਆਲਰੇਡੀ ਕੈਟਾਗਰਾਈਜ਼ ਕੀਤਾ ਆ ਕਿ ਨੰਬਰ 1 'ਤੇ ਜੋ ਸੀਗੀ ਉਹ ਮੈਨੂੰ ਲੱਗਦਾ ਸੀ ਕਿ ਮੈਨੂੰ ਥੋੜ੍ਹਾ ਟਾਈਮ ਲੱਗੇਗਾ। ਨੰਬਰ 6 'ਤੇ ਇਹਨੂੰ ਕਾਫੀ ਫਾਈਨ ਜੋ ਬਲਰ ਕਹਿ ਦਿੰਦੇ ਆ, ਇੱਕ ਡੈਪਥ ਆਫ ਫੀਲਡ ਦਾ ਉਹ ਕਾਫੀ ਫਾਈਨ ਹੈ, ਜਿਹਦੇ 'ਚ ਕੀ ਹੈ ਕਿ ਕਲਰਸ ਜੋ ਆ ਉਹ ਕਾਫੀ ਜ਼ਿਆਦਾ ਮਿਕਸ ਐਂਡ ਮੈਚ ਹੋਏ ਪਏ ਆ ਹੇਅਰ ਦੇ ਨਾਲ ਵੀ ਅਤੇ ਇਹਨਾਂ ਦੀ ਸਕਿਨ ਦੇ ਨਾਲ ਵੀ। ਇਹਦੇ 'ਚ ਕੀ ਹੈ ਕਿ ਇਹਦੇ 'ਚ ਕਿਤੇ ਨਾ ਕਿਤੇ ਸਾਡਾ ਸਬਜੈਕਟ ਜੋ ਟੂਲ ਹੈ ਉਹ ਵੀ ਕਿਤੇ ਨਾ ਕਿਤੇ ਸਾਨੂੰ ਡਰੋਬੈਕ ਦੇਵੇਗਾ, ਅਤੇ ਇਹਦੇ 'ਚ ਆਪਾਂ ਕੀ ਕਰ ਸਕਦੇ ਹਾਂ। ਇਹਦੇ 'ਚ ਮੈਂ ਤੁਹਾਨੂੰ ਫਿਰ ਵੀ ਇਸ ਚੀਜ਼ ਦੀ ਐਗਜ਼ਾਮਪਲ ਤੁਹਾਨੂੰ ਮੈਂ ਦੇਣਾ। ਡਰੋਪ ਕੀਤਾ, ਡਰੋਪ ਕਰਨ ਤੋਂ ਬਾਅਦ ਅਗੇਨ ਸੇਮ ਸਿਲੈਕਟ ਤੁਸੀਂ ਗਏ ਸਿਲੈਕਟ ਮੈਨਿਊ 'ਤੇ, ਸਿਲੈਕਟ ਮੈਨਿਊ 'ਤੇ ਜਾ ਕੇ ਡਰੋਪ ਡਾਊਨ ਮੈਨਿਊ ਤੋਂ ਬਾਅਦ ਤੁਸੀਂ ਸਬਜੈਕਟ ਦੇ ਵਿੱਚ ਆ ਕੀ ਕਰੇਗਾ, ਹੁਣ ਕੋਸ਼ਿਸ਼ ਕਰੇਗਾ ਕਿ ਜਿੰਨੇ ਵੀ ਫਾਈਨ ਐਜਸ ਆ ਮਤਲਬ ਜੋ ਵੀ ਇਹਨੂੰ ਲੱਗਦਾ ਕਿ ਹਾਂ ਇੱਥੇ ਕਲਰ ਕੰਟਰਾਸਟ ਜ਼ਿਆਦਾ ਆ, ਇੱਥੇ ਪਿਕਸਲ ਕੰਟਰਾਸਟ ਜ਼ਿਆਦਾ, ਅਤੇ ਉਹ ਇੱਥੇ ਇਹਨੇ ਸਿਲੈਕਸ਼ਨ ਕਰ ਦਿੱਤੀ। ਬਟ ਹੋਇਆ ਕਿ ਸਾਡੇ ਕਾਫੀ ਜ਼ਿਆਦਾ ਜੋ ਐਜਸ ਸੀਗੇ ਜਿਹਦੇ ਵਿੱਚ ਹੇਅਰ ਐਜ ਸੀਗੇ ਉਹ ਇਸਨੇ ਛੱਡ ਦਿੱਤੇ, ਕਿਉਂਕਿ ਰੀਜ਼ਨ ਹੈ ਕਿ ਕਲਰ ਕੰਟਰਾਸਟ ਜੋ ਹੈ ਉਹ ਕਾਫੀ ਬੈਕਗਰਾਊਂਡ ਦੇ ਨਾਲ ਮਰਜ ਕਰ ਰਿਹਾ। ਪਰ ਫਿਰ ਵੀ ਕਾਫੀ ਅੱਛੀ ਸਿਲੈਕਸ਼ਨ ਹੈ ਐਜ਼ ਪਰ ਐਜ਼ ਜਿਸ ਤਰ੍ਹਾਂ ਅਸੀਂ ਕਰਦੇ ਹਾਂ ਕਿ ਮੈਨੂਅਲ ਕੰਮ ਕਰਨ ਦੇ ਨਾਲ ਉਸ ਦੇ ਨਾਲ ਤਾਂ ਕਾਫੀ ਅੱਛੀ ਆ ਚੀਜ਼ ਨਿਖਰ ਕੇ ਸਾਹਮਣੇ ਆਈ। ਕੁਝ ਚੀਜ਼ਾਂ ਨੇ ਜੋ ਆਪਾਂ ਅਗੇਨ ਇਹਨੂੰ ਠੀਕ ਕਰ ਸਕਦੇ ਹਾਂ। ਮਾਸਕਿੰਗ ਦੇ ਵਿੱਚ ਜਾ ਕੇ ਤੁਸੀਂ ਅਗੇਨ ਇਹਨੂੰ ਸਿਲੈਕਟ ਐਂਡ ਮਾਸਕ ਕਰ ਸਕਦੇ ਹੋ। ਇਹਦਾ ਸਬਜੈਕਟ ਸੀਗਾ, ਮੈਂ ਚਾਹੁੰਦਾ ਕਿ ਚਲੋ ਮੇਰੇ ਜ਼ਿਆਦਾ ਕੋਈ ਫਰਕ ਨਾ ਪਏ ਅਤੇ ਮੈਂ ਇਸ ਨੂੰ ਯੂਜ਼ ਕਰ ਸਕਾਂ। ਤੁਸੀਂ ਹੇਅਰ ਨੂੰ ਵੀ ਕਿਤੇ ਨਾ ਕਿਤੇ ਥੋੜ੍ਹੇ ਹੱਦ ਤੱਕ ਇਹਨੂੰ ਵਾਪਿਸ ਲੈ ਕੇ ਆ ਸਕਦੇ ਹੋ। ਅਗੇਨ ਦੋਸਤੋ ਮਤਲਬ ਮੈਂ ਤੁਹਾਨੂੰ ਇਸ ਚੀਜ਼ ਬਾਰੇ ਮਾਸਟਰ ਨਹੀਂ ਬਣਾ ਸਕਦਾ ਸਿਰਫ 20-25 ਮਿੰਟ ਦੇ ਵਿੱਚ। ਤੁਹਾਨੂੰ ਕਾਫੀ ਵਾਰ ਪ੍ਰੈਕਟਿਸ ਕਰਕੇ ਵੇਖਣਾ ਪਏਗਾ ਵੀ ਕਿਸ ਤਰ੍ਹਾਂ ਅਸੀਂ ਇਸ ਨੂੰ ਇੱਕ ਪ੍ਰੋਪਰ ਮਾਸਕਿੰਗ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਕਿਸੇ ਵੀ ਫੋਟੋ ਨੂੰ। ਹੇਅਰ ਮਾਸਕਿੰਗ ਜੋ ਹੈ ਉਹਦਾ ਤਰੀਕਾ ਬਿਲਕੁਲ ਸੇਮ ਹੈ, ਮੈਂ ਬਿਲਕੁਲ ਹੇਅਰ ਮਾਸਕਿੰਗ ਕਰਨ ਲੱਗਾ ਸੀਗਾ, ਬਟ ਹਾਂ ਇੱਕ ਐਡਵਾਂਸ ਸਟੈਪ ਹੈ ਅਤੇ ਇਹਨੂੰ ਕੋਸ਼ਿਸ਼ ਕਰਾਂਗੇ ਇੱਕ ਐਡਵਾਂਸ ਟਿਊਟੋਰੀਅਲ ਦੇ ਵਿੱਚ ਹੀ ਆਪਾਂ ਇਸ ਨੂੰ ਕਵਰ ਕਰਾਂਗੇ। ਅਤੇ ਦੋਸਤੋ ਅੱਜ ਤੱਕ ਸਿਰਫ ਇੰਨਾ ਹੀ ਸੀਗਾ ਅੱਜ ਜੋ ਕਲਾਸ ਦੇ ਵਿੱਚ ਕਿ ਅਸੀਂ ਸਬਜੈਕਟ ਟੂਲ ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ ਅਤੇ ਅਲੱਗ-ਅਲੱਗ ਇਹਦੀ ਕਿਸ ਤਰ੍ਹਾਂ 'ਤੇ ਵਰਕ ਕਰਦਾ ਹੈ ਕਿ ਜਦੋਂ ਇਹਨੂੰ ਅਲੱਗ-ਅਲੱਗ ਡਿਫੀਕਲਟੀ ਫੋਟੋਜ਼ ਦੇ ਵਿੱਚ ਜਾਂ ਪਿਕਸਲ ਦੇ ਵਿੱਚ ਨਜ਼ਰ ਆਉਂਦੀ ਹੈ। ਅਗੇਨ ਤੁਸੀਂ ਬਿਲਕੁਲ ਇਹ ਚੀਜ਼ ਤੁਹਾਡੇ 'ਤੇ ਹੈ ਕਿ ਤੁਸੀਂ ਕਿਸ ਤਰ੍ਹਾਂ ਕਿਸੇ ਫੋਟੋ ਨੂੰ ਯੂਜ਼ ਕਰਦੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਉਸ ਫੋਟੋ ਦਾ ਵਿਊ ਚੁਣਦੇ ਹੋ। ਅਤੇ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਅਤੇ ਦੁਬਾਰਾ ਤੋਂ ਫਿਰ ਅਸੀਂ ਛੇਤੀ ਹੀ ਇੱਕ ਵੀਡੀਓ ਅਪਲੋਡ ਕਰਾਂਗੇ ਜਿਹਦੇ 'ਚ ਇਸ ਤੋਂ ਅਲੱਗ ਤੋਂ ਕੋਈ ਹੋਰ ਐਡਵਾਂਸ ਟੈਕਨੀਕ ਦੇ ਵਿੱਚ ਗੱਲ ਕਰਾਂਗੇ। ਅਤੇ ਦੋਸਤੋ ਅੱਜ ਦੀ ਵੀਡੀਓ 'ਚ ਸਿਰਫ ਇੰਨਾ ਹੀ। ਉਮੀਦ ਕਰਾਂਗਾ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਵਾਹਿਗੁਰੂ ਜੀ ਦਾ ਖਾਲਸਾ,
ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਪਹਿਲੀ ਵੀਡੀਓ ਦੇ ਵਿੱਚ ਅਸੀਂ ਸਬਜੈਕਟ ਟੂਲ ਬਾਰੇ ਗੱਲ ਕੀਤੀ ਸੀ। ਐਰਕਾਂ ਦੀ ਜੋ ਵੀਡੀਓ ਹੈ, ਇਸ ਵੀਡੀਓ ਦੇ ਵਿੱਚ ਅਸੀਂ ਕਲਰ ਰੇਂਜ ਬਾਰੇ ਗੱਲ ਕਰਾਂਗੇ। ਬੇਸਿਕਲੀ ਕਲਰ ਰੇਂਜ ਕੀ ਕਰੇਗਾ? ਕਲਰ ਰੇਂਜ ਜੋ ਵੀ ਤੁਹਾਡਾ ਆਬਜੈਕਟ ਹੈ ਉਹਦੇ ਪਿਕਸਲ ਕਲਰ ਦੀ ਕੈਲਕੂਲੇਸ਼ਨ ਕਰੇਗਾ ਕਿ ਨੀਅਰ ਬਾਏ ਕਲਰ ਕਿਹੜਾ ਹੈ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਸਿਲੈਕਸ਼ਨ ਬਣਾ ਕੇ ਦੇ ਦੇਗਾ। ਕੁਛ ਜੋ ਮੈਂ ਐਗਜ਼ਾਮਪਲ ਆਲਰੇਡੀ ਇਹਦੇ 'ਚ ਲੋਡ ਕੀਤੇ ਹੈ ਕਿ ਸਾਡਾ ਜੋ ਟਾਈਮ ਹੈ ਉਹ ਥੋੜ੍ਹਾ ਬਚ ਸਕੇ ਤੇ ਵੀਡੀਓ ਜ਼ਿਆਦਾ ਲੈਂਥੀ ਨਾ ਹੋਵੇ। ਅਲੱਗ-ਅਲੱਗ ਐਗਜ਼ਾਮਪਲ ਸੈੱਟ ਕਰਨ ਦਾ, ਅਲੱਗ-ਅਲੱਗ ਐਗਜ਼ਾਮਪਲ 'ਤੇ ਕੰਮ ਕਰਨ ਦਾ ਬੇਸਿਕਲੀ ਫੰਡਾਮੈਂਟਲ ਕੀ ਹੈ ਕਿ ਹਰ ਇੱਕ ਪਿਕਚਰ ਦੀ ਜੋ ਡਿਫੀਕਲਟੀ ਹੁੰਦੀ ਆ ਉਹ ਅਲੱਗ-ਅਲੱਗ ਹੁੰਦੀ ਹੈ। ਜਿਸ ਤਰ੍ਹਾਂ ਇਹ 'ਚ ਸਿਰਫ ਸਾਡੇ ਕੋਲ ਸਿੰਗਲ ਆਬਜੈਕਟ ਹੈ, ਇਹਦੇ 'ਚ ਸਾਡੇ ਕੋਲ ਮਲਟੀਪਲ ਆਬਜੈਕਟ ਹੈ, ਬਟ ਹਾਂ ਬੈਕਗਰਾਊਂਡ ਸਿਰਫ ਇੱਕ ਸਿੰਗਲ ਆਬਜੈਕਟ ਦੇ ਵਿੱਚ ਹੀ ਹੈ। ਇਹਦੇ 'ਚ ਫਿਰ ਸਾਡੇ ਮਲਟੀਪਲ ਆਬਜੈਕਟ ਹੈ। ਇਹਦੇ 'ਚ ਜੋ ਸਾਡਾ ਹੈ ਉਹ ਹੈ ਇੱਕ ਫੇਸ। ਇਨ ਕੇਸ ਜੇ ਮੇਰੇ ਵੀਰ ਕੋਈ ਜੇ ਕੋਈ ਮੇਰਾ ਵੀਰ ਗੋਲਡ ਇੰਡਸਟਰੀ ਦੇ ਵਿੱਚ ਹੈ ਜੋ ਪ੍ਰੋਡਕਟ ਫੋਟੋਸ਼ੂਟ ਕਰਦਾ, ਉਹਨਾਂ ਵਾਸਤੇ ਇਹ ਟਿਊਟੋਰੀਅਲ ਕਾਫੀ ਅਹਿਮ ਹੋ ਸਕਦਾ ਤੇ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਅਖੀਰ ਤੱਕ ਵੇਖੋਗੇ। ਕਲਰ ਰੇਂਜ ਬੇਸਿਕਲੀ ਅਪਰ ਮੈਨਿਊ ਦੇ ਵਿੱਚ ਸਿਲੈਕਟ ਬਾਰ ਦੇ ਵਿੱਚ ਹੁੰਦਾ ਹੈ, ਜਿਸ ਨੂੰ ਤੁਸੀਂ ਕਲਿੱਕ ਕਰਕੇ ਡਰੋਪ ਡਾਊਨ ਮੈਨਿਊ ਦੇ ਵਿੱਚ ਜਾ ਕੇ ਤੇ ਕਲਰ ਰੇਂਜ ਸਿਲੈਕਟ ਕਰ ਸਕਦੇ ਹੋ। ਤੁਸੀਂ ਆਪਣੀ ਲੇਅਰ ਨੂੰ ਸਿਲੈਕਟ ਕਰਕੇ ਮੈਨਿਊ ਦੇ ਵਿੱਚ ਜਾ ਕੇ ਤੇ ਸਿਲੈਕਟ ਨੂੰ ਕਲਿੱਕ ਕਰਕੇ ਤੇ ਡਰੋਪ ਡਾਊਨ ਮੈਨਿਊ ਦੇ ਵਿੱਚ ਤੁਸੀਂ ਕਲਰ ਰੇਂਜ ਨੂੰ ਸਿਲੈਕਟ ਕਰਨਾ। ਇਸ ਤਰ੍ਹਾਂ ਦਾ ਤੁਹਾਡੀ ਸਕਰੀਨ 'ਤੇ ਆਉਂਦਾ ਹੋਏਗਾ। ਜੋ ਸਭ ਤੋਂ ਉੱਪਰ ਹੈ ਸਿਲੈਕਟ ਸੈਂਪਲਡ ਕਲਰ, ਤੁਸੀਂ ਹੋਏਗਾ ਕਿ ਕਈ ਵਾਰੀ ਕੀ ਹੁੰਦਾ ਕਿ ਸਾਡੇ ਕੋਲ ਇੱਕ ਪਰਟੀਕੂਲਰ ਕਲਰ ਹੁੰਦਾ ਹੈ ਕਿ ਜਦੋਂ ਮੈਂ ਸਿਰਫ ਇਸ ਕਲਰ ਦੀ ਹੀ ਸਿਲੈਕਸ਼ਨ ਕਰਨੀ ਹੈ ਤਾਂ ਮੈਂ ਤਾਂ ਚੂਜ਼ ਕਰ ਸਕਦਾ, ਬਟ ਉਹ ਕਾਫੀ ਸਿਨੈਰੀਓ ਦੇ ਵਿੱਚ ਵਰਕ ਨਹੀਂ ਕਰਦਾ ਤੇ ਇਸ ਕਰਕੇ ਅਸੀਂ ਕੀ ਹੈ ਕਿ ਅਸੀਂ ਸੈਂਪਲਡ ਕਲਰ ਹੀ ਰੱਖਦੇ ਨੇ ਕਿ ਜੋ ਮੈਂ ਸੈਂਪਲ ਲਵਾਂਗਾ ਉਹ ਸੇਮ ਕਲਰ ਚੂਜ਼ ਕਰੇਗਾ, ਕਿਉਂਕਿ ਇਹਦੇ 'ਚ ਬਨਾਨਾ ਯੈਲੋ ਕਲਰ ਵੀ ਹੈ, ਇਹਦੇ 'ਚ ਗ੍ਰੀਨ ਕਲਰ ਵੀ ਹੈ, 'ਚ ਡਾਰਕ ਗ੍ਰੀਨ ਵੀ ਹੈ, ਲਾਈਟ ਗ੍ਰੀਨ ਵੀ ਹੈ, ਤੇ 'ਚ ਮਲਟੀਪਲ ਕਲਰ ਨੇ, ਕੋਈ ਸਿੰਗਲ ਕਲਰ ਆਬਜੈਕਟ ਨਹੀਂ ਹੈ। ਤਾਂ ਕਰਕੇ ਕੀ ਹੈ ਕਿ ਮੈਂ ਸੈਂਪਲਡ ਕਲਰ ਹੀ ਸਿਲੈਕਟ ਕੀਤਾ ਹੈ। ਫਜ਼ੀਨੈਸ ਬੇਸਿਕਲੀ ਕੀ ਹੈ ਕਿ ਫਜ਼ੀਨੈਸ ਇੱਕ ਫੋਟੋਸ਼ੋਪ ਨੂੰ ਇੱਕ ਐਲਗੋਰਿਦਮ ਦਿੰਦੀ ਹੈ ਕਿ ਸਰ ਇੰਨੇ ਕੁ ਪਾਰਟੀਕਲ ਜੋ ਹੈ ਉਹ ਤੁਸੀਂ ਸਿਲੈਕਟ ਕਰ ਸਕਦੇ ਹੋ, ਇੰਨੇ ਕੁ ਪਿਕਸਲ ਸਿਲੈਕਟ ਕਰ ਸਕਦੇ ਹੋ ਜਾਂ ਇੰਨੀ ਕੁ ਕਲਰ ਰੇਂਜ ਤੁਸੀਂ ਸਿਲੈਕਟ ਕਰ ਸਕਦੇ ਹੋ। ਅਤੇ ਇਸ ਨੂੰ ਅਸੀਂ ਅਰਾਊਂਡ 100 ਰੱਖਾਂਗੇ। ਜੋ ਮੇਰਾ ਬਨਾਨਾ ਹੈ ਉਹ ਬਲੈਕ ਦੇ ਵਿੱਚ ਸਿਲੈਕਟ ਹੈ ਅਤੇ ਜੋ ਮੇਰੀ ਬੈਕਗਰਾਊਂਡ ਹੈ ਉਹ ਮੇਰੀ ਵਾਈਟ ਦੇ ਵਿੱਚ ਸਿਲੈਕਟ ਹੈ। ਜਿਸ ਤਰ੍ਹਾਂ ਮੈਂ ਹੁਣੀ ਇਹਦੀ ਇਨ ਕੇਸ ਜੇ ਓਕੇ ਕਰਾਂਗਾ ਤਾਂ ਮੇਰੀ ਬੈਕਗਰਾਊਂਡ ਜੋ ਹੈ ਉਹ ਸਿਲੈਕਟ ਹੋ ਜਾਏਗੀ ਅਤੇ ਮੇਰਾ ਆਬਜੈਕਟ ਡਿਲੀਟ ਹੋ ਜਾਏਗਾ। ਇਹਦੇ ਲਈ ਕਰਨ ਦਾ ਬਿਲਕੁਲ ਸੌਖਾ ਤਰੀਕਾ ਕਿ ਤੁਸੀਂ ਆਪਣੇ ਨੋਰਮਲ ਆਬਜੈਕਟ 'ਤੇ ਕਲਿੱਕ ਕਰੋ। ਆਬਜੈਕਟ 'ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਆਬਜੈਕਟ ਦੀ ਸ਼ੇਪ ਆ ਜਾਏਗੀ। ਉਸ ਤੋਂ ਬਾਅਦ ਤੁਹਾਡੇ ਕੋਲ ਆਈ ਡਰੋਪਰ ਟੂਲ ਹੈ ਜਿਹਦੇ ਵਿੱਚ ਪਲੱਸ ਦਾ ਨਿਸ਼ਾਨ ਹੈ, ਉਸ ਤੋਂ ਤੁਸੀਂ ਰੈਂਡਮ ਕਲਿੱਕ ਕਰ ਸਕਦੇ ਹੋ। ਜਿਸ ਤਰ੍ਹਾਂ ਤੁਸੀਂ ਰੈਂਡਮ ਕਲਿੱਕ ਕਰੋਗੇ ਤਾਂ ਉਹਨੂੰ ਕੀ ਹੋਏਗਾ, ਫੋਟੋਸ਼ੋਪ ਨੂੰ ਏਰੀਆ ਮਿਲ ਜਾਏਗਾ ਹੋਰ ਜ਼ਿਆਦਾ ਆਪਣੀ ਕਲਰ ਰੇਂਜ ਵਧਾਉਣ ਵਾਸਤੇ, ਸਿਲੈਕਸ਼ਨ ਨੂੰ ਵਧਾਉਣ ਵਾਸਤੇ। ਸਿਲੈਕਸ਼ਨ ਪ੍ਰੀਵਿਊ ਨੂੰ ਤੁਸੀਂ ਨਨ ਦਾ ਮਤਲਬ ਹੈ ਕਿ ਸਿਰਫ ਇਹਦੀ ਪ੍ਰੋਪਰਟੀ ਵਿੰਡੋ ਦੇ ਵਿੱਚ ਹੀ ਇਹਦਾ ਇੱਕ ਪ੍ਰੀਵਿਊ ਦਿਖੇਗਾ। ਤੁਸੀਂ ਸਿਲੈਕਸ਼ਨ ਪ੍ਰੀਵਿਊ ਦੇ ਵਿੱਚ ਜਾ ਕੇ ਗ੍ਰੇ ਸਕੇਲ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਜੋ ਇਹਦਾ ਪ੍ਰੀਵਿਊ ਹੈ ਉਹ ਇੱਕ ਵੱਡੀ ਸਕਰੀਨ 'ਤੇ ਜਾਂ ਤੁਹਾਡੇ ਜੋ ਵਰਕ ਸਪੇਸ ਹੈ ਉਹਦੇ 'ਚ ਦਿਖ ਸਕੇ। ਜਿੰਨਾ ਜ਼ਿਆਦਾ ਹੋ ਸਕਦਾ ਤੁਸੀਂ ਉਨੀ ਜ਼ਿਆਦਾ ਸਿਲੈਕਸ਼ਨ ਕਰੋ। ਇਨ ਕੇਸ ਜੇ ਸੇਮ ਪ੍ਰੋਬਲਮ ਤੁਹਾਡੇ ਨਾਲ ਵੀ ਆਉਂਦੀ ਤਾਂ ਕੋਈ ਡਰਨ ਦੀ ਲੋੜ ਨਹੀਂ ਆ। ਮਾਈਨਸ ਆਈ ਡਰੋਪ ਟੂਲ ਹੈ, ਉਹ 'ਤੇ ਕੁਛ ਕਲਿੱਕ ਕਰੋਗੇ ਤਾਂ ਤੁਹਾਡੀ ਬੈਕਗਰਾਊਂਡ ਜੋ ਹੈ ਉਹ ਰਿਮੂਵ ਹੋ ਜਾਏਗੀ। ਦੁਬਾਰਾ ਤੋਂ ਅਸੀਂ ਕੁਛ ਕਲਰ ਸਿਲੈਕਟ ਕਰਦੇ ਹਾਂ। ਰੈਂਡਮ ਜਿੱਥੇ ਮਰਜ਼ੀ ਤੁਸੀਂ ਕਲਿੱਕ ਕਰੋ, ਜਿੱਥੇ ਤੁਹਾਨੂੰ ਲੱਗਦਾ ਕਿ ਹਾਂ ਮੇਰਾ ਇੱਕ ਪਰਫੈਕਟ ਮੇਰਾ ਬਲੈਂਡਿੰਗ ਹੋ ਗਿਆ। ਜਿਸ ਤਰ੍ਹਾਂ ਤੁਸੀਂ S2S ਦੇਖ ਸਕਦੇ ਹੋ ਤਾਂ ਕੰਪਲੀਟ ਵਾਈਟ ਹੈ ਅਤੇ ਨੋਰਮਲ ਤੁਸੀਂ ਜਦੋਂ ਓਕੇ ਕਰੋਗੇ, ਓਕੇ ਕਰਨ ਤੋਂ ਬਾਅਦ ਤੁਸੀਂ ਮਾਸਕ ਦੇ ਵਿੱਚ ਜਾਓਗੇ ਅਤੇ ਸਾਡਾ ਇੱਕ ਮਾਸਕ ਤਿਆਰ ਹੋ ਜਾਏਗਾ। ਇਹਦੇ 'ਚ ਕੁਛ ਪਾਰਟ ਇਹੋ ਜਿਹਾ ਸੀ ਜੋ ਸਾਡੀ ਕਲਰ ਰੇਂਜ ਨੇ ਸਿਲੈਕਟ ਨਹੀਂ ਕੀਤਾ, ਬਟ ਕੋਈ ਇਹੋ ਜਿਹੀ ਗੱਲ ਨਹੀਂ ਹੈ। ਅਸੀਂ ਸਿਰਫ ਵਿਦਿਨ ਅ ਫਿਊ ਕਲਿੱਕਸ ਦੇ ਵਿੱਚ ਹੀ ਅਸੀਂ ਉਸ ਨੂੰ ਵਾਪਿਸ ਲੈ ਕੇ ਆ ਜਾਵਾਂਗੇ। ਕਰਨਾ ਕੁਛ ਨਹੀਂ ਹੈ, ਤੁਸੀਂ ਬਰਸ਼ ਟੂਲ ਯੂਜ਼ ਕਰਨਾ। ਬਰਸ਼ ਟੂਲ ਯੂਜ਼ ਕਰਨ ਤੋਂ ਬਾਅਦ ਤੁਸੀਂ ਉੱਤੇ ਪੇਂਟ ਕਰਨਾ ਜੋ ਵੀ ਸਾਡਾ ਪਾਰਟ ਰਹਿ ਗਿਆ ਸੀਗਾ, ਅਤੇ ਦੁਬਾਰਾ ਤੋਂ ਇਸ ਚੀਜ਼ ਦੇ ਵਿੱਚ ਆ ਜਾਏਗਾ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਜ਼ੂਮ ਕਰਕੇ ਦਿਖਾਉਂਦਾ ਕਿ ਦੇਖੋ ਹਰ ਇੱਕ ਚੀਜ਼ ਨੂੰ ਕਰਨ ਦੇ ਤਰੀਕੇ ਅਲੱਗ-ਅਲੱਗ ਹੈਗੇ ਆ। ਕਿ ਕਈ ਜ਼ਿਆਦਾ ਮੇਰੇ ਵੀਰ, ਜਿਸ ਤਰ੍ਹਾਂ ਅਸੀਂ ਵੀ ਸਟਾਰਟਿੰਗ ਦੇ ਵਿੱਚ ਸਿਰਫ ਇੱਕ ਪੈਨ ਟੂਲ 'ਤੇ ਹੀ ਡਿਪੈਂਡੈਂਟ ਸੀ ਕਿ ਅਸੀਂ ਸਿਰਫ ਪੈਨ ਟੂਲ ਦਾ ਹੀ ਯੂਜ਼ ਕਰਨਾ, ਬਟ ਹਾਂ ਕਾਫੀ ਜ਼ਿਆਦਾ ਤਰੀਕੇ ਨੇ ਇਸ ਚੀਜ਼ ਨੂੰ ਕਰਨ ਦੇ। ਜਿਸ ਤਰ੍ਹਾਂ ਸਿਲੈਕਟ ਹੋ ਗਿਆ ਅਤੇ ਮੈਨੂੰ ਡੀਸਿਲੈਕਟ ਕਰ ਲਿਆ। ਐਕਸ ਦੇ ਨਾਲ ਤੁਸੀਂ ਸਵੈਪ ਕਰ ਸਕਦੇ ਹੋ ਕਲਰ ਨੂੰ। ਜੇ ਇਨ ਕੇਸ ਵਾਈਟ ਉੱਪਰ ਹੈ ਤਾਂ ਵਾਈਟ ਦਾ ਮਤਲਬ ਹੈ ਕਿ ਆ ਤੁਹਾਡੀ ਆਬਜੈਕਟ ਨੂੰ ਲੈ ਕੇ ਆਏਗਾ। ਜੇ ਇਨ ਕੇਸ ਬਲੈਕ ਉੱਪਰ ਹੈ ਤਾਂ ਇਹਦਾ ਮਤਲਬ ਹੈ ਕਿ ਤੁਹਾਡੀ ਬੈਕਗਰਾਊਂਡ ਨੂੰ ਉੱਪਰ ਲੈ ਕੇ ਆਏਗਾ। ਹੁਣ ਤੁਸੀਂ ਇਹਦੇ ਬੈਕਗਰਾਊਂਡ ਦੇ ਵਿੱਚ ਕੋਈ ਵੀ ਕਲਰ, ਕੋਈ ਵੀ ਆਪਣੀ ਮਰਜ਼ੀ ਦਾ ਕਲਰ ਦੇ ਸਕਦੇ ਹੋ ਅਤੇ ਉਹ ਬਿਲਕੁਲ ਤੁਹਾਡਾ ਇੱਕ ਕਲੀਨ ਜੋ ਹੈ ਇੱਕ ਤੁਹਾਡਾ ਆਬਜੈਕਟ ਤਿਆਰ ਹੋ ਗਿਆ। ਵੱਧਦੇ ਹਾਂ ਜੀ ਅਸੀਂ ਦੂਸਰੇ ਐਗਜ਼ਾਮਪਲ ਦੇ ਵੱਲ। ਦੂਸਰਾ ਐਗਜ਼ਾਮਪਲ ਦੇ ਵਿੱਚ ਕੀ ਹੈ ਕਿ ਸਾਡੀ ਬੈਕਗਰਾਊਂਡ ਹੈ, ਆਬਜੈਕਟ ਹੈ। ਆਬਜੈਕਟ ਦੇ ਵਿੱਚ ਵੀ ਸਾਡੇ ਆਬਜੈਕਟ ਹੈ ਜੋ ਔਰੇਂਜ ਦਾ ਪੀਸ ਹੈ।
ਹੁਣ ਕਈ ਕਹਿਣਗੇ ਕਿ ਸਰ ਅਸੀਂ ਇਸ 'ਤੇ ਕਿਉਂ ਨਹੀਂ ਅਸੀਂ ਸਬਜੈਕਟ ਟੂਲ ਦਾ ਯੂਜ਼ ਕਰ ਸਕਦੇ। ਕਰਨਾ ਤਾਂ ਬੇਸਿਕਲੀ ਉਸਨੇ ਵੀ ਸੇਮ ਹੀ ਕੰਮ ਹੈ, ਉਸਨੇ ਵੀ ਤਾਂ ਕਲਰ ਹੀ ਸਿਲੈਕਟ ਕਰਨੇ ਆ, ਉਸਨੇ ਵੀ ਤਾਂ ਸਿਰਫ ਸਾਡੀ ਜੋ ਹੈ ਇੱਕ ਸਿਲੈਕਸ਼ਨ ਨੂੰ ਹੀ ਸਿਲੈਕਟ ਕਰਨਾ। ਆ ਦੇਖੋ ਮੈਂ ਇਨ ਕੇਸ ਇਹਨੂੰ ਸਿਲੈਕਟ ਕਰਦਾ, ਆ ਦੇਖੋ ਸਿਲੈਕਟ ਸਬਜੈਕਟ, ਤੇ ਕੀ ਕਰੇਗਾ ਕਿ ਉਹ ਸਬਜੈਕਟ ਇੰਨਾ ਜ਼ਿਆਦਾ ਇਨਹੈਂਸ ਨਹੀਂ ਕਰੇਗਾ, ਕਿਉਂਕਿ ਐਲਗੋਰਿਦਮ ਨੇ ਫੋਟੋਸ਼ੋਪ ਦੀਆਂ ਇਹਨਾਂ ਦੀ ਵੀ ਇੱਕ ਬਾਊਂਡਰੀ ਹੈਗੀ ਹੈ, ਅਤੇ ਸਾਡੀ ਜੋ ਸਿਲੈਕਸ਼ਨ ਆ ਉਹ ਕੰਪਲੀਟ ਨਹੀਂ ਹੋਈ। ਇਸ ਨੂੰ ਅਸੀਂ ਕਰ ਸਕਦੇ ਹਾਂ ਨੈਕਸਟ ਫਰਦਰ ਕਰਕੇ, ਕਿ ਜੇ ਮੈਂ ਮੈਜਿਕ ਵਾਈਨ ਟੂਲ ਜਾਂ ਕੁਛ ਵੀ ਯੂਜ਼ ਕਰਕੇ, ਬਟ ਅਸੀਂ ਕੀ ਹੈ ਕਿ ਅਸੀਂ ਉਸ ਚੀਜ਼ ਨੂੰ ਅੱਜ ਡਿਸਕਸ ਨਹੀਂ ਕਰਾਂਗੇ, ਅਸੀਂ ਸਿਰਫ ਕਲਰ ਰੇਂਜ ਬਾਰੇ ਹੀ ਗੱਲ ਕਰਾਂਗੇ। ਅਤੇ ਅਗੇਨ ਕਲਰ ਰੇਂਜ ਦੇ ਵਿੱਚ ਜਾਂਦੇ ਹਾਂ, ਸਿਲੈਕਟ ਮੈਨਿਊ ਦੇ ਵਿੱਚ ਜਾ ਕੇ ਕਲਰ ਰੇਂਜ ਨੂੰ ਸਿਲੈਕਟ ਕਰਦੇ ਹਾਂ, ਤਾਂ ਸਾਡੇ ਕੋਲ ਇੱਕ ਸਿਲੈਕਸ਼ਨ ਆ ਜਾਏਗੀ। ਬਟ ਕੀ ਹੈ ਕਿ ਆ ਸਿਰਫ ਇੱਕ ਔਰੇਂਜ ਨੂੰ ਸਿਲੈਕਟ ਕੀਤਾ, ਤੁਸੀਂ ਪਲੱਸ ਆਈ ਡਰੋਪ ਦੇ ਵਿੱਚ ਗਏ ਅਤੇ ਤੁਸੀਂ ਸਾਡੇ ਪੂਰੇ ਆਬਜੈਕਟ ਨੂੰ ਸਿਲੈਕਟ ਕੀਤਾ। ਹੁਣ ਤਾਂ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਰਹੀ ਹੈ ਕਿ ਸਾਡੀ ਬੈਕਗਰਾਊਂਡ ਦਾ ਪਾਰਟ ਸਿਲੈਕਟ ਹੋ ਰਿਹਾ, ਬੈਕਗਰਾਊਂਡ ਦਾ ਪਾਰਟ ਸਿਲੈਕਟ ਹੋ ਰਿਹਾ। ਇਹਨੂੰ ਸਿਰਫ ਅਸੀਂ ਕੀ ਕਰਨਾ ਹੈ, ਫਜ਼ੀਨੈਸ ਜੋ ਹੈ ਉਹ ਅਰਾਊਂਡ ਅਸੀਂ 35 ਜਾਂ 40 ਦੇ ਕਰੀਬ ਲੈ ਕੇ ਆਵਾਂਗੇ। ਆ ਦੇਖੋ 35 ਮੈਂ ਲੈ ਕੇ ਆਇਆ, ਅਤੇ ਆਲਰੇਡੀ ਜੋ ਹੈ ਉਹ ਸਾਡਾ ਵਾਈਟ ਪਾਰਟ ਹੈ, ਸਿਰਫ ਸਾਡੇ ਆਬਜੈਕਟ 'ਤੇ ਹੀ ਆ। ਇਹਨੂੰ ਫਿਰ ਤੁਸੀਂ ਸਿਲੈਕਟ ਕਰੋ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਕਿ ਆਹ ਚੀਜ਼ ਆਪਣਾ ਆਬਜੈਕਟ ਕਲੀਅਰ ਹੋ ਜਾਏਗਾ। ਰੈਂਡਮ ਕਲਿੱਕ ਜਿੱਥੇ ਮਰਜ਼ੀ ਕਰ ਸਕਦੇ ਹੋ, ਮਤਲਬ ਇਹਦਾ ਕੋਈ ਹਾਰਡ ਕੋਈ ਰੂਲ ਨਹੀਂ ਹੈ ਕਿ ਤੁਸੀਂ ਇਸ ਤਰੀਕੇ ਨਾਲ ਹੀ ਕਰ ਸਕਦੇ ਹੋ। ਦੇਖੋ ਕਿ ਜਿਸ ਤਰ੍ਹਾਂ ਮੇਰਾ ਇੱਕ ਕੰਪਲੀਟ ਇੱਕ ਵਾਈਟ ਸਰਕਲ ਸਿਲੈਕਟ ਹੋ ਗਿਆ, ਅਤੇ ਇਹਦਾ ਮਤਲਬ ਹੈ ਕਿ ਮੇਰੀ ਜੋ ਮਾਸਕਿੰਗ ਹੈ ਉਹ ਬਹੁਤ ਸੋਹਣੀ ਹੋਏਗੀ। ਓਕੇ ਕੀਤਾ, ਓਕੇ ਕਰਨ ਦੇ ਨਾਲ ਹੀ ਜੋ ਸਾਡਾ ਕੀ ਹੈ ਕਿ ਸਾਡਾ ਇੱਕ ਕੰਪਲੀਟ ਸਿਲੈਕਸ਼ਨ ਹੋ ਗਈ। ਮਾਸਕ ਦੇ ਵਿੱਚ ਜਾਵਾਂਗੇ, ਮਾਸਕ ਦੇ ਵਿੱਚ ਜਾ ਕੇ ਕਿਤੇ ਇੱਕ ਨਿੱਕੀ ਜਿਹੀ ਪ੍ਰੋਬਲਮ ਸੀਗੀ, ਜਿਸ ਤਰ੍ਹਾਂ ਆਹ ਕਲਰ ਹੈ, ਕਿਉਂਕਿ ਉਹ ਸਾਡਾ ਮਿਸ ਹੋ ਗਿਆ ਸੀਗਾ ਉਹਦੇ ਵਿੱਚ। ਇਹਨੂੰ ਵੀ ਨੋਰਮਲ ਅਸੀਂ ਬਰਸ਼ ਟੂਲ ਦੇ ਨਾਲ ਦੁਬਾਰਾ ਲਿਆਵਾਂਗੇ, ਠੀਕ ਹੈ ਜੀ। ਹੋਰ ਕਿਤੇ ਕੋਈ ਪ੍ਰੋਬਲਮ ਨਹੀਂ ਸੀ। ਹੁਣ ਅਗੇਨ ਇਹਦੀ ਵੀ ਤੁਸੀਂ ਬੈਕਗਰਾਊਂਡ ਜਿੱਦਾਂ ਦੀ ਮਰਜ਼ੀ ਚਾਹੋਗੇ ਤੁਸੀਂ ਇਹਨੂੰ ਚੇਂਜ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਬੇਸਿਕਲੀ ਆਪਣੀ ਜਿੱਦਾਂ ਦੀ ਮਰਜ਼ੀ ਬੈਕਗਰਾਊਂਡ ਦੇ ਨਾਲ ਇਹਦਾ ਬੈਕਗਰਾਊਂਡ ਰਿਪਲੇਸ ਕਰ ਸਕਦੇ ਹੋ। ਹੁਣ ਵੱਧਦੇ ਹਾਂ ਜੀ ਆਪਾਂ ਤੀਸਰੇ ਜੋ ਐਗਜ਼ਾਮਪਲ ਹੈ ਉਹਦੇ ਵੱਲ। ਤੀਸਰਾ ਐਗਜ਼ਾਮਪਲ ਹੁੰਦਾ ਕੀ ਹੈ ਕਿ ਕਈ ਵਾਰੀ ਕੀ ਹੈ ਕਿ ਅਸੀਂ ਸਿੰਗਲ ਓਬਜੈਕਟ ਨੂੰ ਯੂਜ਼ ਕਰਦੇ ਹਾਂ, ਕਿ ਜਿਸ ਤਰ੍ਹਾਂ ਮੈਂ ਪਹਿਲੇ ਦੋ ਐਗਜ਼ਾਮਪਲ ਦੇ ਵਿੱਚ ਸਿਰਫ ਇੱਕ ਸਿੰਗਲ ਓਬਜੈਕਟ ਨੂੰ ਹੀ ਕਲਿੱਕ ਕੀਤਾ, ਉਹਦੀ ਹੀ ਮਾਸਕਿੰਗ ਕੀਤੀ। ਉਸ ਤੋਂ ਬਾਅਦ ਸਾਡੇ ਕੋਲ ਜੋ ਥਰਡ ਐਗਜ਼ਾਮਪਲ ਇਹਦੇ 'ਚ ਮਲਟੀਪਲ ਓਬਜੈਕਟ ਨੇ। ਕਲਰ ਰੇਂਜ ਸਾਨੂੰ ਅਲੋ ਕਰਦਾ ਕਿ ਅਸੀਂ ਸਿੰਗਲ ਓਬਜੈਕਟ ਨੂੰ ਵੀ ਜੋ ਹੈ ਉਹਨੂੰ ਮਾਸਕ ਕਰ ਸਕਦੇ ਹਾਂ, ਉਹਦੀ ਸਿਲੈਕਸ਼ਨ ਕਰ ਸਕਦੇ ਹਾਂ। ਬੇਸਿਕਲੀ ਅਗੇਨ ਤੁਹਾਡੀ ਬੈਕਗਰਾਊਂਡ ਲੇਅਰ ਸਿਲੈਕਟ ਹੋਵੇ, ਮੈਨਿਊ ਦੇ ਵਿੱਚ ਜਾ ਕੇ ਤੁਸੀਂ ਕਲਰ ਰੇਂਜ ਨੂੰ ਸਿਲੈਕਟ ਕਰਨਾ। ਹੋਇਆ ਕਿ ਪਹਿਲਾਂ ਜੋ ਅਸੀਂ ਐਗਜ਼ਾਮਪਲ 'ਤੇ ਵਰਕ ਕਰ ਰਹੇ ਸੀ ਉਸਨੇ ਪੂਰੀ ਦੀ ਪੂਰੀ ਇਮੇਜ ਨੂੰ ਹੀ ਸਿਲੈਕਟ ਕੀਤਾ। ਇਹਦੇ 'ਚ ਬਿਲਕੁਲ ਹੀ ਆਸਾਨ ਚੀਜ਼ ਹੈ, ਤੁਸੀਂ ਲੋਕਲਾਈਜ਼ ਕਲਰ ਕਲਸਟਰ 'ਤੇ ਜਿਸ ਤਰ੍ਹਾਂ ਹੀ ਤੁਸੀਂ ਕਲਿੱਕ ਕਰੋਗੇ ਅਤੇ ਸਾਡੇ ਕੋਲ ਕੀ ਹੋਏਗਾ ਕਿ ਸਾਡੇ ਲੋਕਲ ਕਲਰ, ਮਤਲਬ ਇੱਕ ਪਾਰਟੀਕਲ ਤੋਂ ਆਪਾਂ ਇੱਕ ਏਰੀਆ ਦਿੰਦੇ ਹਾਂ। ਦੇਖੋ ਜਿਸ ਤਰ੍ਹਾਂ ਮੈਂ ਕਲਿੱਕ ਕੀਤਾ ਅਤੇ ਆਹ ਜੋ ਵਾਈਟ ਡੋਟ ਹੈ, ਅਤੇ ਮੈਂ ਇਹਨਾਂ ਏਰੀਆ ਦੇ ਰਿਹਾ ਕਿ ਤੁਸੀਂ ਇਸ ਏਰੀਏ ਦੇ ਵਿੱਚ ਜੋ ਵੀ ਕਲਰ ਹੁੰਦੇ ਤੁਸੀਂ ਉਹਨੂੰ ਸਿਲੈਕਟ ਕਰ ਸਕਦੇ ਹੋ। ਇਹਨੂੰ ਜਿਸ ਤਰ੍ਹਾਂ ਤੁਸੀਂ ਰੇਂਜ ਨੂੰ ਘੱਟ ਕਰੀ ਜਾਓਗੇ ਅਤੇ ਉਹ ਤੁਹਾਡਾ ਏਰੀਆ ਜੋ ਆ ਉਹ ਘੱਟ ਹੋਈ ਜਾਏਗਾ। ਫਜ਼ੀਨੈਸ ਦਾ ਕੀ ਹੈ ਕਿ ਫਜ਼ੀਨੈਸ ਦੇ ਬੇਸਿਕਲੀ ਕਿ ਪਾਰਟ ਤੁਸੀਂ ਕਿੰਨੇ ਪਿਕਸਲ ਉਹਨੂੰ ਦੇ ਰਹੇ ਹੋ। ਦੇਖੋ ਜਿਸ ਤਰ੍ਹਾਂ ਮੈਂ ਘੱਟ ਕਰ ਰਿਹਾ ਅਤੇ ਉਹ ਪਿਕਸਲੇਟ ਹੋ ਰਿਹਾ, ਅਤੇ ਜਿਸ ਤਰ੍ਹਾਂ ਮੈਨੂੰ ਵੱਧ ਦੇ ਰਹੇ ਤਾਂ ਸਾਡੀ ਜੋ ਸ਼ੈਡੋ ਉਹ ਵੀ ਕਾਫੀ ਅੱਛੀ ਜੋ ਇਹਦੇ ਵਿੱਚ ਮਰਜ ਹੋ ਰਹੀ ਆ। ਇਸ ਨੂੰ ਅਰਾਊਂਡ ਅਸੀਂ 45 ਦੇ ਕਰੀਬ ਹੀ ਰਹਿਣ ਦਿੰਦੇ ਹਾਂ, ਅਤੇ ਰੇਂਜ ਥੋੜ੍ਹਾ ਜਿਹਾ ਇਨਕਰੀਜ਼ ਕਰਦੇ ਹਾਂ 10 ਤੋਂ 14 ਦੇ ਵਿੱਚ, 10 ਤੋਂ 15 ਦੇ ਵਿੱਚ ਤੁਸੀਂ ਇਸ ਨੂੰ ਰੱਖ ਸਕਦੇ ਹੋ। ਹੁਣ ਕੀ ਹੈ ਕਿ ਮੈਨੂੰ ਸਿਰਫ ਆਬਜੈਕਟ ਚਾਹੀਦਾ, ਮੈਨੂੰ ਆਬਜੈਕਟ ਦੇ ਵਿੱਚ ਕਿਹੜਾ ਆਬਜੈਕਟ ਚਾਹੀਦਾ, ਮੈਂ ਇਹਨਾਂ ਦੋਵਾਂ ਨੂੰ ਸਿਲੈਕਟ ਕਰਦਾ ਜੋ ਆ ਮੇਰੇ ਕੋਲ ਥੱਲੇ ਨੇ। ਇਹਨਾਂ ਮੈਂ ਕੀ ਕਰਾਂਗਾ, ਬੇਸਿਕਲੀ ਸਿਰਫ ਇਹਨੂੰ ਹੀ ਕਲਿੱਕ ਕਰਾਂਗਾ ਅਤੇ ਇੱਥੇ ਮੈਂ ਚੱਲ ਜਾਵਾਂਗਾ ਆਪਣੇ ਗ੍ਰੇ ਸਕੇਲ ਦੇ ਵਿੱਚ। ਬੈਕਗਰਾਊਂਡ ਸਿਲੈਕਟ ਹੋ ਜਾਏ ਤਾਂ ਨੋਰਮਲ ਡਰਨ ਦੀ ਲੋੜ ਨਹੀਂ ਹੈ, ਕੋਈ ਜ਼ਿਆਦਾ ਨਹੀਂ, ਸਿਰਫ ਮਾਈਨਸ ਆਈ ਡਰੋਪ ਦੇ ਨਾਲ ਤੁਸੀਂ ਇਸ ਨੂੰ ਰਿਮੂਵ ਕਰ ਸਕਦੇ ਹੋ। ਅਸੀਂ ਮੇਰੀ ਸਿਲੈਕਸ਼ਨ ਹੋ ਗਈ ਅਤੇ ਮੈਨੂੰ ਜਿਸ ਤਰ੍ਹਾਂ ਹੀ ਓਕੇ ਕਰਦਾ ਅਤੇ ਮੇਰੇ ਜੋ ਦੋ ਆਬਜੈਕਟ ਸੀਗੇ ਮਲਟੀਪਲ ਆਬਜੈਕਟ ਦੇ ਵਿੱਚੋਂ ਉਹ ਸਿਲੈਕਟ ਹੋ ਗਏ। ਨੋਰਮਲ ਮੈਂ ਮਾਸਕ ਕਰਦਾ ਅਤੇ ਮੇਰੇ ਸਿਰਫ ਇਹਨਾਂ ਦੀ ਦੋ ਦੀ ਮਾਸਕਿੰਗ ਜੋ ਹੈ ਕੰਪਲੀਟ ਹੋ ਜਾਏਗੀ।
कुछ जो पार्ट है साडा रह गया होएगा कि जिस तरह ये ट्रांसपेरेंसी शो कर रही है, तो तुसीं अगेन इसनूं ब्रश टूल दे नाल यूज़ कर सकते हो। जो साडा फोर्थ ते लास्ट एग्जाम्पल है उहदे वल वधदे हां। हुण मैं तुहानूं 3 चीज़ां जो करके दिखाईआं। बेसिकली की है कि ਇਹਦੇ 'ਚ ਸਾਡਾ ਸਿਰਫ ਇੱਕ ਓਬਜੈਕਟ ਸੀਗਾ, ਇਹਦੇ 'ਚ ਵੀ ਸਾਡੇ ਓਬਜੈਕਟ ਸੀ, ਇਹ 'ਚ ਸਾਡੇ ਮਲਟੀਪਲ ਓਬਜੈਕਟ ਸੀ ਤੇ ਆਪਾਂ 2 ਸਿਲੈਕਟ ਕੀਤੇ। ਇਹਦੇ 'ਚ ਕੀ ਹੈ ਕਿ ਸਾਡੇ ਕੋਲ ਫੇਸ ਹੈ। ਹੁਣ ਫੋਟੋਸ਼ਾਪ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦਾ ਹੈ ਕਿ ਉਹਨੂੰ ਕਲਰ ਚਾਹੀਦਾ ਕਿ ਇੱਕ ਫੇਸ ਟੋਨ ਚਾਹੀਦਾ। ਫੇਸ ਟੋਨ ਦੇ ਵਿੱਚ ਤੁਸੀਂ ਇਹਨੂੰ ਰੀਟੱਚ ਕਰ ਸਕਦੇ ਹੋ। ਇਹਨੇ ਜੋ ਇਹਨਾਂ ਨੇ ਜਵੈਲਰੀ ਪਾਈ ਹੈ, ਤੁਸੀਂ ਇਹਨਾਂ ਦੀ ਰੀਟੱਚਿੰਗ ਕਰ ਸਕਦੇ ਹੋ, ਇਹਨਾਂ ਦੇ ਕਲਰ ਚੇਂਜ ਕਰ ਸਕਦੇ ਹੋ। ਮਤਲਬ ਕਿਸੇ ਵੀ ਤਰੀਕੇ ਨਾਲ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ। ਬੇਸਿਕਲੀ ਅਸੀਂ ਕੀ ਕਰਾਂਗੇ, ਅਸੀਂ ਬੈਕਗਰਾਊਂਡ ਨੂੰ ਇੱਕ ਵਾਰੀ ਕਾਪੀ ਕਰਾਂਗੇ। ਇਹਨੂੰ ਕਾਪੀ ਕੀਤਾ ਤੇ ਇਹਦੀ ਮੇਰੀ ਕੋਈ ਇੱਕ ਸਿਲੈਕਸ਼ਨ ਹੋ ਗਈ। ਮੈਂ ਇਹਨੂੰ ਫਿਲਹਾਲ ਇਹਨੂੰ ਹਾਈਡ ਕਰ ਦੇਣਾ। ਜੋ ਮੇਰੀ ਅੱਪਰ ਲੇਅਰ ਹੈ ਮੈਨੂੰ ਸਿਲੈਕਟ ਕੀਤਾ। ਸਿਲੈਕਟ ਕਰਨ ਤੋਂ ਬਾਅਦ ਦੁਬਾਰਾ ਤੋਂ ਫਿਰ ਮੈਂ ਕਲਰ ਰੇਂਜ ਦੇ ਵਿੱਚ ਆਇਆ। ਕਲਰ ਰੇਂਜ ਦੇ ਵਿੱਚ ਜਦੋਂ ਆਊਂਗਾ ਤਾਂ ਹੋਏਗਾ ਕਿ ਕਿਉਂਕਿ ਅਸੀਂ ਪਹਿਲਾ ਐਗਜ਼ਾਮਪਲ 'ਤੇ ਸਿਲੈਕਟ ਕੀਤਾ ਸੀਗਾ ਅਤੇ ਮੇਰੇ ਕੋਲ ਸਿਰਫ ਲੋਕਲਾਈਜ਼ ਮਤਲਬ ਇੱਕ ਪਰਟੀਕੂਲਰ ਏਰੀਏ ਦੇ ਵਿੱਚ ਹੀ ਕਲਰ ਸਿਲੈਕਟ ਕਰ ਰਿਹਾ। ਇਹਦੇ 'ਚ ਤੁਸੀਂ ਜੋ ਸਿਲੈਕਟ ਪ੍ਰੋਸੈਸਰ ਹੈ ਇਹਦੇ ਵਿੱਚ ਜਾ ਕੇ ਤੁਸੀਂ ਸਕਿਨ ਟੋਨ ਨੂੰ ਯੂਜ਼ ਕਰੋਗੇ। ਜਿਸ ਤਰ੍ਹਾਂ ਤੁਸੀਂ ਸਕਿਨ ਟੋਨ ਯੂਜ਼ ਕੀਤੀ ਅਤੇ ਜੋ ਵੀ ਇਹਨਾਂ ਦੀ ਸਕਿਨ ਟੋਨ ਸੀਗੀ ਉਹ ਫੋਟੋਸ਼ਾਪ ਨੇ ਸਿਲੈਕਟ ਕਰ ਲਈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਓਵਰਆਲ ਜੋ ਕਿਉਂਕਿ ਮੇਰੀ ਬੈਕਗਰਾਊਂਡ ਦੇ ਵਿੱਚ ਵੀ ਸਿਲੈਕਟ ਹੈ, ਅਤੇ ਤੁਸੀਂ ਸਿਰਫ ਇਹਨੂੰ ਡਿਟੈਕਟ ਫੇਸਿਸ ਦੇ ਵਿੱਚ ਕਰੋਗੇ ਅਤੇ ਉਹ ਫੇਸਿਸ 'ਤੇ ਹੀ ਉਹ ਜਾ ਕੇ ਆਪਣੀ ਇੱਕ ਮੈਕਸੀਮਮ ਜੋ ਪ੍ਰੋਸੈਸਿੰਗ ਟਾਈਮ ਹੈ ਉਹ ਫੇਸਿਸ 'ਤੇ ਹੀ ਦੇਗਾ। ਫਜ਼ੀਨੈਸ ਅਗੇਨ ਕਿ ਤੁਸੀਂ ਕਿੱਥੇ ਤੁਹਾਨੂੰ ਲੱਗ ਰਿਹਾ ਕਿ ਹਾਂ ਸ਼ੈਡੋ ਨਾਲ ਬਲੈਂਡ ਕਰ ਰਹੀ ਹੈ ਅਤੇ ਬੈਕਗਰਾਊਂਡ ਦੇ ਵਿੱਚ ਇੱਕ ਪਰਫੈਕਟ ਬਲੈਂਡ ਹੋ ਰਿਹਾ, ਤਾਂ ਤੁਸੀਂ ਜਿੱਥੇ ਤੁਹਾਨੂੰ ਠੀਕ ਲੱਗਦਾ ਉੱਥੇ ਤੁਸੀਂ ਫਜ਼ੀਨੈਸ ਲੈਵਲ ਨੂੰ ਲੈ ਕੇ ਜਾ ਸਕਦੇ ਹੋ। ਜਿਸ ਤਰ੍ਹਾਂ ਮੈਨੂੰ ਠੀਕ ਲੱਗ ਰਿਹਾ ਕਿਉਂਕਿ ਮੇਰਾ ਫੇਸ ਜੋ ਬੇਸਿਕਲੀ ਹੈ ਉਹ ਮੇਰਾ ਫੇਸ ਕਲੀਅਰ ਹੈ। ਮੈਂ ਇਹਨੂੰ ਓਕੇ ਕਰਦਾ। ਓਕੇ ਕਰਕੇ ਮੇਰੇ ਕੋਲ ਸਿਲੈਕਸ਼ਨ ਆ ਜਾਏਗੀ। ਹੁਣ ਸਿਲੈਕਸ਼ਨ ਦੇ ਵਿੱਚ ਕੀ ਹੈ ਕਿ ਮੈਂ ਜੇ ਇਨਕੇਸ ਇਹਨੂੰ ਓਵਰਆਲ ਮੈਂ ਇਨਹੈਂਸ ਕਰਨਾ ਹੋਏ ਤਾਂ ਮੇਰੇ ਵਾਸਤੇ ਠੀਕ ਹੈ, ਬਟ ਮੈਂ ਸਿਰਫ ਫੇਸ ਦੀ ਹੀ ਸਿਲੈਕਸ਼ਨ ਕਰਨੀ ਹੈ। ਅਤੇ ਮੈਂ ਇੱਥੇ ਮਾਸਕਿੰਗ 'ਤੇ ਜਾਵਾਂਗਾ। ਮਾਸਕਿੰਗ ਦੇ ਵਿੱਚ ਅਗੇਨ ਮੈਨੂੰ ਆਹ ਪਾਰਟ ਨਹੀਂ ਚਾਹੀਦਾ ਅਤੇ ਮੈਂ ਬਰਸ਼ ਟੂਲ ਯੂਜ਼ ਕੀਤਾ। ਬਰਸ਼ ਟੂਲ ਯੂਜ਼ ਕਰਨ ਤੋਂ ਬਾਅਦ ਮੈਂ ਇੱਥੇ ਬੇਸਿਕਲੀ ਪੇਂਟ ਕਰਾਂਗਾ। ਪੇਂਟ ਕਰਕੇ ਮੈਂ ਇਸ ਚੀਜ਼ ਨੂੰ ਇਰੇਜ਼ ਕਰ ਦਾਂਗਾ। हेयर पार्ट बिल्कुल रिमूव हो गया। ਹੁਣ ਮੈਂ ਇਹਦਾ ਕੁਛ ਪਾਰਟ ਜੋ ਫੇਸ ਦਾ ਮਿਸਿੰਗ ਹੈ ਜੋ ਸਾਡੇ ਕੋਲ ਇਰੇਜ਼ ਹੋਇਆ ਉਹਨੂੰ ਦੁਬਾਰਾ ਲੈ ਕੇ ਆਉਣਾ। ਨੋਰਮਲ ਐਕਸ ਦਬਾਉਣਾ ਨਾਲ ਕੀ ਹੋਏਗਾ ਕਿ ਜੋ ਸਾਡੀ ਬੈਕਗਰਾਊਂਡ ਆਬਜੈਕਟ ਹੈ ਉਹ ਸਾਡਾ ਸਿਲੈਕਟ ਹੋਣਾ ਸ਼ੁਰੂ ਹੋ ਜਾਏਗਾ ਅਤੇ ਉਹ ਆਪਣੀ ਪਲੇਸਿੰਗ 'ਤੇ ਦੁਬਾਰਾ ਆਉਣਾ ਸ਼ੁਰੂ ਹੋ ਜਾਏਗਾ। ਜ਼ਿਆਦਾਤਰ ਤੁਸੀਂ ਇਹਨੂੰ ਪ੍ਰੋਡਕਟ ਫੋਟੋਸ਼ੂਟ ਦੇ ਵਿੱਚ ਜੋ ਪ੍ਰੋਡਕਟ ਫੋਟੋਸ਼ੂਟ ਕਰਦੇ ਆ ਉਹਨਾਂ ਨੂੰ ਕਾਫੀ ਹੈਲਪਫੁਲ ਹੁੰਦੀ ਹੈ ਸੇਮ ਚੀਜ਼ ਦੀ, ਕਿਉਂਕਿ ਸਾਡੇ ਕੋਲ ਉੱਥੇ ਲੇਅਰਸ ਕਾਫੀ ਹੁੰਦੀਆਂ, ਕਾਫੀ ਜ਼ਿਆਦਾ ਡਿਫੀਕਲਟੀਜ਼ ਹੁੰਦੀਆਂ ਅਤੇ ਸਾਨੂੰ ਇੱਕ ਪਰਟੀਕੂਲਰ ਕਿਸੇ ਵੀ ਓਬਜੈਕਟ ਦਾ ਕਲਰ ਚੇਂਜ ਕਰਨ ਵਾਸਤੇ ਕਈ ਵਾਰੀ ਸਾਡੀ ਓਵਰਆਲ ਜੋ ਇਮੇਜ ਕੁਆਲਿਟੀ ਹੈ ਉਹ ਵੀ ਸਾਡੀ ਖਰਾਬ ਹੋ ਜਾਂਦੀ ਹੈ। ਬੇਸਿਕਲੀ ਹੋਇਆ ਕਿ ਸਾਡਾ ਜੋ ਫੇਸ ਹੈ ਉਹ ਸਿਲੈਕਟ ਹੋ ਗਿਆ ਅਤੇ ਉਸ ਤੋਂ ਬਾਅਦ ਅਸੀਂ ਜੋ ਨੈਕਸਟ ਸਟੈਪ ਹੈ ਉਹਦੇ ਵੱਲ ਵੱਧਦੇ ਹਾਂ। ਇਹਦੇ 'ਚ ਕੀ ਹੈ ਕਿ ਮੈਂ ਜਿਹੜਾ ਵੀ ਮੈਨੂੰ ਪਾਰਟ ਨਹੀਂ ਚਾਹੀਦਾ ਉਹ ਮੈਂ ਡਿਲੀਟ ਕਰ ਰਿਹਾ ਦੁਬਾਰਾ ਤੋਂ। ਠੀਕ ਹੈ ਜੀ। ਹੁਣ ਕੀ ਹੈ ਕਿ ਹੁਣ ਮੈਂ ਇੱਕ ਬੈਕਗਰਾਊਂਡ ਦੀ ਕਾਪੀ ਆਲਰੇਡੀ ਕੀਤੀ ਸੀ ਕਿਉਂਕਿ ਮੈਨੂੰ ਸਿਰਫ ਇਹਨਾਂ ਦੇ ਫੇਸ 'ਤੇ ਇਨਹੈਂਸਿੰਗ ਕਰਨੀ ਸੀ, ਬਟ ਇਨਹੈਂਸ ਕਲਰ ਕਰਨ ਵਾਸਤੇ ਮੈਨੂੰ ਉਹਨਾਂ ਦੀ ਬੈਕ ਟੋਨ ਅਤੇ ਬਾਕੀ ਜੋ ਟੋਨ ਨੇ ਉਹ ਮੈਨੂੰ ਪਤਾ ਹੋਣੀਆਂ ਚਾਹੀਦੀਆਂ। ਮੈਂ ਕੀ ਕੀਤਾ ਕਿ ਜੋ ਮੇਰੀ ਲੇਅਰ ਸੀਗੀ ਉਹਨੂੰ ਮੈਂ ਦੁਬਾਰਾ ਤੋਂ ਆਈ ਬਟਨ 'ਤੇ ਕਲਿੱਕ ਕਰਾਂਗਾ ਕਿ ਉਹ ਦੁਬਾਰਾ ਤੋਂ ਸਾਡੀ ਵਰਕ ਸਪੇਸ ਦੇ ਵਿੱਚ ਆਏ। ਅਤੇ ਹੁਣ ਹੈ ਕੀ ਹੈ ਕਿ ਹੁਣ ਮੇਰੇ ਕੋਲ ਇੱਕ ਬੈਕਗਰਾਊਂਡ ਲੇਅਰ ਹੈ ਪਲੱਸ ਮੇਰੇ ਕੋਲ ਇੱਕ ਇਹਨਾਂ ਦਾ ਫੇਸ ਲੇਅਰ ਹੈ। ਫੇਸ ਲੇਅਰ ਨੂੰ ਮੈਂ ਸਿਲੈਕਟ ਕਰਾਂਗਾ। ਫੇਸ ਲੇਅਰ 'ਤੇ ਸਿਲੈਕਟ ਕਰਕੇ ਜੋ ਵੀ ਮੈਂ ਇਹਨਾਂ ਦੀਆਂ ਐਡਜਸਟਮੈਂਟ ਕਰਨੀ ਹੈ ਉਹ ਸਿਰਫ ਮੇਰੇ ਫੇਸ 'ਤੇ ਹੀ ਐਪਲੀਕੇਬਲ ਹੋਣਗੀਆਂ। ਦੇਖੋ ਚਾਹੇ ਤੁਸੀਂ ਕੁਛ ਵੀ ਕਰ ਰਹੇ ਹੋ ਉਹ ਤੁਹਾਡੀ ਬਾਕੀ ਬੋਡੀ 'ਤੇ ਬਾਕੀ ਬੋਡੀ 'ਤੇ ਜੋ ਉਹਦਾ ਇਫੈਕਟ ਨਹੀਂ ਪਏਗਾ, ਉਹ ਸਿਰਫ ਮੇਰਾ ਫੇਸ ਲੇਅਰ 'ਤੇ ਹੀ ਉਹਦਾ ਇਫੈਕਟ ਪਏਗਾ। ਇਸ ਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਆਪਣੇ ਜੋ ਵੀ ਤੁਹਾਡੀ ਰਿਕੁਆਇਰਮੈਂਟਸ ਹੈ ਉਸ ਤਰੀਕੇ ਦੇ ਨਾਲ ਇਹਨੂੰ ਯੂਜ਼ ਕਰ ਸਕਦੇ ਹੋ।
ਡਾਰਕ ਕਰਨਾ, ਤੁਸੀਂ ਲਾਈਟ ਕਰਨਾ। ਬੇਸਿਕਲੀ ਅਸੀਂ ਫੋਟੋਸ਼ੋਪ ਦੇ ਵਿੱਚ ਕਈ ਤਰੀਕਿਆਂ ਦੇ ਨਾਲ ਬੈਕਗਰਾਊਂਡ ਨੂੰ ਰਿਮੂਵ ਕਰਦੇ ਹਾਂ, ਜਿੱਦਾਂ ਕਿ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੀ ਕਿਹਾ। ਬਟ ਮੇਰੇ ਅਲੱਗ-ਅਲੱਗ ਐਗਜ਼ਾਮਪਲ ਦਿਖਾਉਣ ਦਾ ਮਤਲਬ ਸਿਰਫ ਇੰਨਾ ਹੈ ਕਿ ਹਰ ਇੱਕ ਬੰਦੇ ਦੀ ਹਰ ਇੱਕ ਫੀਲਡ ਅਲੱਗ ਹੈ, ਅਤੇ ਹੋ ਸਕਦਾ ਉਸਨੂੰ ਕੰਮ ਵੀ ਉਸ ਤਰੀਕੇ ਦੇ ਨਾਲ ਹੀ ਆਉਂਦਾ ਹੋਵੇ। ਕਿਉਂਕਿ ਜੋ ਸੇਮ ਐਗਜ਼ਾਮਪਲ ਹੈ, ਇਸਨੂੰ ਤੁਸੀਂ ਵੈਡਿੰਗ ਫੋਟੋਗ੍ਰਾਫਰ, ਪ੍ਰੋਡਕਟ ਫੋਟੋਗ੍ਰਾਫੀ, ਜਵੈਲਰੀ ਫੋਟੋਗ੍ਰਾਫੀ, ਈਵਨ ਕਿ ਵਾਈਲਡ ਲਾਈਫ ਫੋਟੋਗ੍ਰਾਫੀ, ਈਵਨ ਕਿ ਜੋ ਤੁਹਾਡੇ ਡਿਜ਼ਾਈਨਰ ਫੋਟੋਗ੍ਰਾਫੀ ਹੁੰਦੀ ਹੈ ਉਹਦੇ 'ਚ ਵੀ ਇਸਨੂੰ ਯੂਜ਼ ਕਰ ਸਕਦੇ ਹੋ। ਇਹ 'ਚ ਤੁਸੀਂ ਫੋਟੋਸ਼ੋਪ ਤੁਹਾਨੂੰ ਇੱਕ ਅਲੋ ਕਰਦਾ ਕਿ ਤੁਸੀਂ ਹਰ ਇੱਕ ਚੀਜ਼ ਨੂੰ ਕਲਰ ਉਹਦਾ ਜੋ ਆਪਣੇ ਹਿਸਾਬ ਦੇ ਨਾਲ ਮੇਨਟੇਨ ਕਰ ਸਕਦੇ ਹੋ। ਬਾਕੀ ਓਵਰਆਲ ਕੁਆਲਿਟੀ ਦੇ ਨਾਲ ਤੁਹਾਨੂੰ ਕੋਈ ਕੰਪਰੋਮਾਈਜ਼ ਨਹੀਂ ਕਰਨਾ ਪਏਗਾ। ਅਤੇ ਦੋਸਤੋ, ਆ ਸਾਡੀ ਵੀਡੀਓ ਨੰਬਰ 2 ਸੀ, ਜਿਸ 'ਚ ਅਸੀਂ ਤੁਹਾਨੂੰ ਕਲਰ ਰੇਂਜ ਬਾਰੇ ਦੱਸਿਆ। ਜੋ ਵੀ ਐਗਜ਼ਾਮਪਲ ਮੈਂ ਯੂਜ਼ ਕੀਤੇ ਆ ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ, ਅਤੇ ਤੁਸੀਂ ਕੋਸ਼ਿਸ਼ ਕਰੋ ਪ੍ਰੈਕਟਿਸ ਕਰਨ ਦੀ। ਇਸ ਤੋਂ ਬਾਅਦ ਅਸੀਂ ਨੈਕਸਟ ਸਟੈਪ ਜੋ ਹੋਏਗਾ, ਇਸ ਤੋਂ ਐਡਵਾਂਸ ਸਟੈਪ, ਉਹਦੇ ਵੱਲ ਵਧਾਂਗੇ। ਅਤੇ ਉਹਦੀ ਵੀਡੀਓ ਦਾ ਨੋਟੀਫਿਕੇਸ਼ਨ ਵਾਸਤੇ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਨੋਟੀਫਿਕੇਸ਼ਨ ਬੈਲ ਨੂੰ ਪ੍ਰੈਸ ਕਰੋ ਕਿ ਜੋ ਵੀ ਮੈਂ ਵੀਡੀਓ ਅਪਲੋਡ ਕਰਾਂ ਉਹ ਤੁਹਾਡੇ ਤੱਕ ਪਹੁੰਚ ਸਕੇ। ਉਮੀਦ ਕਰਾਂਗਾ ਤੁਸੀਂ ਇਸ ਵੀਡੀਓ ਨੂੰ ਪਸੰਦ ਕਰੋਗੇ, ਅਤੇ ਨੈਕਸਟ ਆਪਾਂ ਛੇਤੀ ਮਿਲਾਂਗੇ। ਉਹਦੇ ਨਾਲ ਹੀ ਫਤਿਹ ਦਾ ਜਵਾਬ ਫਤਿਹ 'ਚ ਦਿਓ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੂਸਰੀ ਵੀਡੀਓ ਦੇ ਵਿੱਚ ਅਸੀਂ ਕਲਰ ਰੇਂਜ ਬਾਰੇ ਜਾਣਕਾਰੀ ਦਿੱਤੀ ਸੀ ਕਿ ਕਲਰ ਰੇਂਜ ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰਕੇ ਕੰਪਲੈਕਸ ਬੈਕਗਰਾਊਂਡ ਨੂੰ ਮਾਸਕ ਕਰ ਸਕਦੇ ਹਾਂ। ਅੱਜ ਜੋ ਕਲਾਸ ਨੰਬਰ 3 ਹੈ, ਇਹਦੇ ਵਿੱਚ ਅਸੀਂ ਚੈਨਲ ਮਾਸਕਿੰਗ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਅਸੀਂ ਕੰਪਲੈਕਸ ਬੈਕਗਰਾਊਂਡ ਨੂੰ ਈਜ਼ੀ ਟਾਸਕ ਦੇ ਵਿੱਚ, ਯਾਨੀ ਕਿ ਸਿਰਫ 2 ਜਾਂ 3 ਮਿੰਟ ਦੇ ਵਿੱਚ ਅਸੀਂ ਬੈਕਗਰਾਊਂਡ ਡਿਲੀਟ ਕਰ ਸਕਦੇ ਹਾਂ, ਚਾਹੇ ਬੈਕਗਰਾਊਂਡ ਜਿੰਨੀ ਮਰਜ਼ੀ ਕੰਪਲੈਕਸ ਹੋਵੇ। ਕੁਛ ਐਗਜ਼ਾਮਪਲ ਮੈਂ ਆਲਰੇਡੀ ਆਪਣੇ ਫੋਟੋਸ਼ੋਪ ਦੇ ਵਿੱਚ ਅਪਲੋਡ ਕੀਤੇ ਆ। ਐਗਜ਼ਾਮਪਲ ਜੋ ਅਸੀਂ ਸਟਾਰਟਿੰਗ ਕਰਾਂਗੇ ਈਜ਼ੀ ਤੋਂ ਕਰਾਂਗੇ, ਅਤੇ ਜੋ ਆਪਾਂ ਐਂਡ ਕਰਾਂਗੇ ਉਹ ਇੱਕ ਹਾਰਡ ਬੈਕਗਰਾਊਂਡ ਦੇ ਨਾਲ ਕਰਾਂਗੇ ਕਿ ਜਿੱਥੇ ਸਾਨੂੰ ਡਿਫੀਕਲਟੀ ਜ਼ਿਆਦਾ ਨਜ਼ਰ ਆਉਂਦੀ ਹੈ, ਜਾਂ ਸਾਨੂੰ ਲੱਗਦਾ ਹੈ ਕਿ ਸੇਮ ਇਮੇਜ ਜਿਨ ਕੇਸ ਅਸੀਂ ਇਸ ਨੂੰ ਯੂਜ਼ ਕਰਦੇ ਹਾਂ ਅਤੇ ਦੂਸਰੇ ਤਰੀਕੇ ਦੇ ਨਾਲ ਇਸ 'ਤੇ ਜ਼ਿਆਦਾ ਟਾਈਮ ਲੱਗ ਸਕਦਾ। ਅਸੀਂ ਆਪਣੇ ਜੋ ਐਗਜ਼ਾਮਪਲ ਨੰਬਰ 1 ਤੋਂ ਸਟਾਰਟ ਕਰਦੇ ਹਾਂ। ਇਹਦੇ 'ਚ ਕੀ ਹੈ ਕਿ ਇਹਦੇ 'ਚ ਬੇਸਿਕਲੀ ਸਾਡੇ ਕੋਲ ਇੱਕ ਪਿਓਰ ਵਾਈਟ ਬੈਕਗਰਾਊਂਡ ਹੈ। ਜੋ ਫੋਰਗਰਾਊਂਡ ਹੈ ਉਹ ਸਾਡਾ ਕਾਫੀ ਸ਼ਾਰਪ ਹੈ, ਕੋਈ ਬਲਰ ਨਹੀਂ ਹੈ। ਪਲੱਸ ਕੀ ਹੈ ਕਿ ਸਾਡੇ ਕੋਲ ਮਲਟੀਪਲ ਕਲਰ ਨਹੀਂ ਹੈ, ਅਰਾਊਂਡ ਸਿਰਫ ਇੱਕ ਗ੍ਰੀਨ ਕਲਰ ਹੈ ਅਤੇ ਇੱਕ ਸਾਡੇ ਕੋਲ ਵਾਈਟ ਕਲਰ ਹੈ। ਇਸ ਇਮੇਜ ਨੂੰ ਤੁਸੀਂ ਫੋਟੋਸ਼ੋਪ ਦੇ ਜਿਹੜੇ ਮਰਜ਼ੀ ਟੂਲ ਦੇ ਨਾਲ ਬੈਕਗਰਾਊਂਡ ਨੂੰ ਰਿਮੂਵ ਕਰ ਸਕਦੇ ਹੋ। ਬੜੇ ਸੋਹਣੇ ਤਰੀਕੇ ਦੇ ਨਾਲ ਆਪਣਾ ਓਬਜੈਕਟ ਹੈ ਉਹ ਰਿਮੂਵ ਹੋ ਜਾਏਗਾ। ਬਟ ਕੀ ਹੈ ਕਿ ਅਸੀਂ ਚੈਨਲ ਮਾਸਕਿੰਗ ਦੀ ਗੱਲ ਕਰ ਰਹੇ ਹਾਂ, ਅਤੇ ਅਸੀਂ ਸ਼ੁਰੂਆਤ ਜੋ ਹੈ ਆਪਣੇ ਸਭ ਤੋਂ ਜੋ ਸਾਡਾ ਈਜ਼ੀ ਫਾਈਲ ਹੈ ਉਹਦੇ ਨਾਲ ਹੀ ਸਟਾਰਟ ਕਰਦੇ ਹਾਂ। ਇਹਦੇ ਵਾਸਤੇ ਕੀ ਹੈ ਕਿ ਤੁਹਾਡੀ ਬੈਕਗਰਾਊਂਡ ਸਿਲੈਕਟ ਹੋਣੀ ਚਾਹੀਦੀ ਹੈ। ਬੈਕਗਰਾਊਂਡ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਚੈਨਲ ਦੇ ਵਿੱਚ ਜਾਣਾ। ਚੈਨਲ ਦੇ ਵਿੱਚ ਜਾ ਕੇ ਸਾਡੇ ਕੋਲ 4 ਚੈਨਲਸ ਹੁੰਦੇ ਆ, ਜਿਨ੍ਹਾਂ ਦੇ ਵਿੱਚ RGB ਰੈੱਡ, ਗ੍ਰੀਨ, ਬਲੂ ਕਲਰ ਨੂੰ ਰਿਫਲੈਕਟ ਕਰਦਾ। ਉਸ ਤੋਂ ਬਾਅਦ ਜੋ ਰੈੱਡ ਹੈ ਉਹ ਰੈੱਡ ਸਾਡੀ ਇਮੇਜ ਦੇ ਵਿੱਚ ਰੈੱਡ ਦੀ ਕਲਰ ਵੈਲਿਊ ਕਿੰਨੀ ਹੈ ਉਸ ਨੂੰ ਰਿਪਰੈਜ਼ੈਂਟ ਕਰਦਾ। ਇਸ ਤਰ੍ਹਾਂ ਹੀ ਗ੍ਰੀਨ ਅਤੇ ਬਲੂ ਕੰਮ ਕਰਦੇ ਆ। ਹੁਣ ਕੀ ਹੈ ਕਿ ਹੁਣ ਅਸੀਂ ਤਿੰਨੇ ਚੈਨਲ ਦੇ ਵਿੱਚ ਅਸੀਂ RGB ਨੂੰ ਨਹੀਂ ਛੇੜਨਾ, ਕਿਉਂਕਿ RGB ਦੇ ਵਿੱਚ ਕੀ ਹੈ ਕਿ ਸਾਡੇ ਕੋਲ ਸਾਰੇ ਕਲਰ ਕੰਟਰਾਸਟ ਇਕੱਠੇ ਹੁੰਦੇ ਆ, ਅਤੇ ਅਸੀਂ ਉਸ 'ਤੇ ਮਾਸਕਿੰਗ ਨਹੀਂ ਕਰ ਸਕਦੇ। ਸਾਨੂੰ ਜੋ ਬਾਕੀ ਸਾਡੇ 3 ਚੈਨਲ ਬਚਦੇ ਆ ਉਹਦੇ ਵਿੱਚ ਅਸੀਂ ਵੇਖਣਾ ਹੈ ਕਿ ਸਾਡੇ ਕੋਲ ਬੈਕਗਰਾਊਂਡ ਦੇ ਵਿੱਚ ਅਤੇ ਤੁਹਾਡੀ ਫੋਰਗਰਾਊਂਡ ਦੇ ਵਿੱਚ ਕੰਟਰਾਸਟ ਸਭ ਤੋਂ ਜ਼ਿਆਦਾ ਅਤੇ ਸਭ ਤੋਂ ਸੋਹਣਾ ਕਿਹਦੇ 'ਚ ਆ। ਦੇਖੋ ਕਿ ਰੈੱਡ ਦੇ ਵਿੱਚ ਕੀ ਹੈ ਕਿ ਮੇਰੇ ਸਿਰਫ ਜੋ ਲੋਅਰ ਪਾਰਟ ਹੈ ਉਹਦੇ ਵਿੱਚ ਕੰਟਰਾਸਟ ਹੈ, ਬਾਕੀ ਜੋ ਇਨਕੇਸ ਜੇ ਫੋਟੋ ਉੱਪਰ ਜਾ ਰਹੀ ਹੈ ਅਤੇ ਉਹ ਬੈਕਗਰਾਊਂਡ ਦੇ ਨਾਲ ਮਰਜ ਹੋ ਰਹੀ ਹੈ। ਗ੍ਰੀਨ ਹੈ, ਗ੍ਰੀਨ ਕਾਫੀ ਲਾਈਟ ਹੈ ਅਤੇ ਸਾਡਾ ਯੂਜ਼ ਨਹੀਂ ਹੋ ਸਕਦਾ। ਬਟ ਕੀ ਹੈ ਕਿ ਬਲੂ ਦੇ ਵਿੱਚ ਕਾਫੀ ਅੱਛਾ ਕੰਟਰਾਸਟ ਹੈ। ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਬਲੂ ਜੋ ਚੈਨਲ ਹੈ ਉਹਨੂੰ ਡੁਪਲੀਕੇਟ ਕਰਦੇ ਹਾਂ। ਡੁਪਲੀਕੇਟ ਕਰਕੇ ਅਸੀਂ ਇਸ ਨੂੰ ਰੀਨੇਮ ਕਰਦੇ ਹਾਂ ਅਸੀਂ ਇਸ ਨੂੰ ਮਾਸਕਿੰਗ ਬਲੂ। ਠੀਕ ਹੈ ਜੀ, ਮਾਸਕਿੰਗ ਬਲੂ ਨੂੰ ਅਸੀਂ ਇਹਨੂੰ ਰੀਨੇਮ ਕਰਤਾ। ਹੁਣ ਮੇਕ ਸ਼ੋਰ ਕਿ ਜੋ ਮਾਸਕਿੰਗ ਬਲੂ ਹੈ ਤੁਹਾਡਾ ਐਕਟੀਵੇਟ ਹੋਵੇ, ਅਤੇ ਜੋ ਤੁਹਾਡਾ ਓਰੀਜਨਲ ਬਲੂ ਹੈ ਉਹ ਡੀਐਕਟੀਵੇਟ ਹੋਵੇ, ਯਾਨੀ ਕਿ ਅਸੀਂ ਜੋ ਕੰਮ ਕਰੀਏ ਉਹ ਸਿਰਫ ਮਾਸਕਿੰਗ ਬਲੂ ਤੱਕ ਹੀ ਰਵੇ। ਸਾਡੀ ਬਾਕੀ ਇਮੇਜ ਨੂੰ ਉਹ ਕਿਸੇ ਤਰ੍ਹਾਂ ਵੀ ਕੋਈ ਵੀ ਉਸਦਾ ਰਿਫਲੈਕਸ਼ਨ ਨਾ ਪਵੇ। ਹੁਣ ਕੀ ਹੈ ਕਿ ਤੁਸੀਂ ਮਾਸਕਿੰਗ ਬਲੂ ਨੂੰ ਸਿਲੈਕਟ ਕੀਤਾ, ਉਸ ਤੋਂ ਬਾਅਦ ਤੁਸੀਂ ਲੇਅਰ ਦੇ ਵਿੱਚ ਗਏ, ਲੇਅਰ ਦੇ ਵਿੱਚ ਜਾ ਕੇ ਐਡਜਸਟਮੈਂਟ ਤੋਂ ਬਾਅਦ ਤੁਸੀਂ ਲੈਵਲਸ 'ਤੇ ਗਏ। ਹੁਣ ਕੀ ਹੈ ਕਿ ਅਸੀਂ ਆਪਣੀ ਬੈਕਗਰਾਊਂਡ ਦਾ ਕੰਟਰਾਸਟ ਹੋਰ ਵਧਾਉਣਾ ਹੈ ਕਿ ਜਿਹਦੇ ਨਾਲ ਮੈਨੂੰ ਇੱਕ ਪ੍ਰੋਪਰ ਬਲੈਕ ਵਰਸਸ ਵਾਈਟ ਜੋ ਮੈਨੂੰ ਫੀਲ ਆਵੇ। ਇਹਦੇ ਲਈ ਤੁਸੀਂ ਲੈਵਲਸ ਨੂੰ ਜਿਸ ਤਰ੍ਹਾਂ ਮਰਜ਼ੀ, ਜੋ ਤੁਹਾਨੂੰ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਸ ਤਰ੍ਹਾਂ ਉਸ ਵੈਲਿਊ ਤੱਕ ਜਾ ਕੇ ਉਸ ਨੂੰ
ਅਪਲਾਈ ਕਰ ਸਕਦੇ ਹੋ। ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਬਲੈਕ ਪਲੱਸ ਵਾਈਟ ਨਾਲ ਕੀ ਹੋਏਗਾ ਕਿ ਸਾਡਾ ਜੋ ਵੀ ਆਬਜੈਕਟ ਹੋਏਗਾ ਜਾਂ ਬੈਕਗਰਾਊਂਡ ਹੋਏਗਾ ਉਸ ਨੂੰ ਅਸੀਂ ਈਜ਼ੀਲੀ ਮਾਸਕ ਕਰ ਸਕਦੇ ਹਾਂ। ਮੇਰੇ ਖਿਆਲ ਨਾਲ ਮੈਨੂੰ ਇੱਕ ਪਰਫੈਕਟ ਜੋ ਕੰਟਰਾਸਟ ਮਿਲਿਆ, ਕਿਉਂਕਿ ਇਹ ਤੋਂ ਇਨ ਕੇਸ ਜੇ ਮੈਂ ਅੱਗੇ ਜਾਵਾਂਗਾ ਤਾਂ ਮੇਰੇ ਇੱਕ ਹਾਰਡ ਐਜ ਜੋ ਹੈ ਉਹ ਸ਼ੋ ਹੋ ਜਾਣਗੇ, ਪਿਕਸਲ ਸ਼ੋ ਹੋ ਜਾਣਗੇ। ਹੁਣ ਜਸਟ ਮੈਂ ਓਕੇ ਕੀਤਾ। ਓਕੇ ਕਰਨ ਤੋਂ ਬਾਅਦ ਮੈਂ ਇੱਕ ਛੋਟਾ ਜਿਹਾ ਟੂਲ ਹੈ ਥੱਲੇ ਸਿਲੈਕਸ਼ਨ ਦਾ, ਮੈਂ ਉਸ ਨੂੰ ਸਿਲੈਕਟ ਕੀਤਾ ਅਤੇ ਮੇਰੀ ਜੋ ਇੱਕ ਸਿਲੈਕਸ਼ਨ ਬਣ ਕੇ ਤਿਆਰ ਹੋ ਗਈ। ਹੁਣ ਕੀ ਹੈ ਕਿ ਸਾਡਾ ਮਾਸਕਿੰਗ ਬਲੂ ਦਾ ਕੰਮ ਇੱਥੇ ਖਤਮ ਹੋ ਚੁੱਕਾ ਹੈ। ਇਸ ਨੂੰ ਤੁਸੀਂ ਡੀਐਕਟੀਵੇਟ ਕਰ ਸਕਦੇ ਹੋ। ਡੀਐਕਟੀਵੇਟ ਕਰਕੇ ਤੁਸੀਂ RGB ਚੈਨਲ ਨੂੰ ਔਨ ਕੀਤਾ, ਇਸ ਨੂੰ ਤੁਸੀਂ ਡੀਐਕਟੀਵੇਟ ਕੀਤਾ ਅਤੇ ਆਪਣੀ ਜੋ ਫੋਟੋ ਹੋਏਗੀ ਨੋਰਮਲ ਕਲਰ ਦੇ ਵਿੱਚ ਵਾਪਸ ਆ ਜਾਏਗੀ। ਹੁਣ ਤੁਸੀਂ ਲੇਅਰ ਦੇ ਵਿੱਚ ਗਏ, ਲੇਅਰ ਦੇ ਵਿੱਚ ਜਾ ਕੇ ਇਨ ਕੇਸ ਜੇ ਮੈਂ ਇੱਥੇ ਮਾਸਕ ਕਰਾਂਗਾ ਤਾਂ ਮੇਰਾ ਜੋ ਫੋਰਗਰਾਊਂਡ ਆ ਉਹ ਡਿਲੀਟ ਹੋ ਜਾਏਗਾ, ਮੇਰੀ ਬੈਕਗਰਾਊਂਡ ਐਜ਼ ਇਟ ਇਜ਼ ਹੀ ਰਹੇਗੀ, ਕਿਉਂਕਿ ਇਸ ਨੇ ਜੋ ਮਾਸਕ ਕੀਤਾ ਆ ਉਹ ਮੇਰੀ ਬੈਕਗਰਾਊਂਡ ਨੂੰ ਕੀਤਾ। ਇਸ ਨੂੰ ਤੁਸੀਂ ਰਿਵਰਸ ਕਰਨ ਵਾਸਤੇ Ctrl+Shift+I ਦਾ ਯੂਜ਼ ਕਰਨਾ ਹੈ। ਇਹਦੇ ਨਾਲ ਕੀ ਹੋਏਗਾ, ਆਪਣਾ ਫੋਰਗਰਾਊਂਡ ਜੋ ਹੈ ਉਹਦੀ ਸਿਲੈਕਸ਼ਨ ਤਿਆਰ ਹੋ ਜਾਏਗੀ ਅਤੇ ਸਾਡੀ ਬੈਕਗਰਾਊਂਡ ਆ ਉਹ ਡਿਲੀਟ ਹੋ ਜਾਏਗੀ। ਹੁਣ ਤੁਸੀਂ ਜਸਟ ਮਾਸਕ 'ਤੇ ਗਏ ਅਤੇ ਮਾਸਕ 'ਤੇ ਜਾ ਕੇ ਕਲਿੱਕ ਦੇ ਨਾਲ ਹੀ ਜੋ ਤੁਹਾਡੀ ਬੈਕਗਰਾਊਂਡ ਆ ਰਿਮੂਵ ਹੋ ਗਈ। ਇਸ ਤੋਂ ਬਾਅਦ ਤੁਸੀਂ ਇਸ ਬੈਕਗਰਾਊਂਡ ਦੇ ਪਿੱਛੇ ਜੋ ਮਰਜ਼ੀ ਤੁਸੀਂ ਕਲਰ ਯੂਜ਼ ਕਰ ਸਕਦੇ ਹੋ, ਜਾਂ ਕੋਈ ਵੀ ਸਕਾਈ ਜਾਂ ਕੋਈ ਵੀ ਇਫੈਕਟ ਤੁਸੀਂ ਉੱਤੇ ਯੂਜ਼ ਕਰ ਸਕਦੇ ਹੋ। ਵਾਰੀ ਹੈ ਨੰਬਰ 2 ਐਗਜ਼ਾਮਪਲ ਦੀ, ਜੋ ਮੈਨੂੰ ਲੱਗਦਾ ਕਿ ਇਸ ਐਗਜ਼ਾਮਪਲ ਤੋਂ ਕਾਫੀ ਔਖਾ ਹੋ ਸਕਦਾ ਹੈ ਅਤੇ ਸਾਨੂੰ ਮੈਨੂਅਲ ਕੰਮ ਕਰਨ ਵਾਸਤੇ ਟਾਈਮ ਜ਼ਿਆਦਾ ਲੱਗ ਸਕਦਾ। ਉਹ ਫੋਟੋ ਦੇ ਵਿੱਚ ਵੇਖੋ ਕਿ ਇਹਦੇ ਵਿੱਚ ਸਾਨੂੰ ਬੈਕਗਰਾਊਂਡ ਪਲੱਸ ਫੋਰਗਰਾਊਂਡ ਦਾ ਜੋ ਕਲਰ ਹੈ ਉਹ ਕਾਫੀ ਮਰਜ ਨੇ, ਕਿਉਂਕਿ ਬਲਰ ਵੈਲਿਊ ਵੀ ਕਾਫੀ ਅੱਛੀ ਹੈ। ਇਹਦੇ ਨਾਲ ਕੀ ਹੈ ਕਿ ਸਾਡੇ ਜੋ ਪਿਕਸਲ ਹੈ ਉਹ ਕਾਫੀ ਮਰਜ ਹੋਏ ਪਏ ਇੱਕ ਦੂਸਰੇ ਦੇ ਨਾਲ। ਅਸੀਂ ਪੈਨ ਟੂਲ ਦਾ ਯੂਜ਼ ਕਰ ਸਕਦੇ ਹਾਂ, ਬਟ ਉਹ ਵੀ ਕਿਸੇ ਹੱਦ ਤੱਕ ਹੀ ਯੂਜ਼ ਕਰ ਸਕਦੇ ਹਾਂ, ਸਾਨੂੰ ਟਾਈਮ ਕਾਫੀ ਲੱਗੇਗਾ। ਇਹਦੇ 'ਤੇ ਕੀ ਹੈ ਕਿ ਇਹਦੇ ਵਿੱਚ ਅਸੀਂ ਕਲਰ ਰੇਂਜ ਦਾ ਯੂਜ਼ ਕਰ ਸਕਦੇ ਹਾਂ, ਬਟ ਕਲਰ ਰੇਂਜ ਦੇ ਨਾਲ ਵੀ ਸਾਨੂੰ ਉਹ ਇਫੈਕਟ, ਸਾਨੂੰ ਉਹ ਕੁਆਲਿਟੀ ਜੋ ਸਾਡੀ ਬੈਕਗਰਾਊਂਡ ਦੇ ਵਿੱਚ ਹੈ, ਜੋ ਮਾਸਕਿੰਗ ਦੇ ਵਿੱਚ ਹੈ, ਉਹ ਨਜ਼ਰ ਨਹੀਂ ਆਏਗੀ। ਇਹਦੇ ਲਈ ਸਾਨੂੰ ਚੈਨਲ ਮਾਸਕਿੰਗ ਹੀ ਕਰਨ ਦੀ ਜ਼ਰੂਰਤ ਪਏਗੀ। ਤਰੀਕਾ ਬਿਲਕੁਲ ਸੇਮ ਹੈ ਜਿਸ ਤਰ੍ਹਾਂ ਅਸੀਂ ਪਹਿਲੀ ਫੋਟੋ ਦੇ ਨਾਲ ਕੀਤਾ ਕਿ ਤੁਹਾਡੀ ਮੇਨ ਲੇਅਰ ਸਿਲੈਕਟ ਹੋਏ, ਉਸ ਤੋਂ ਬਾਅਦ ਤੁਸੀਂ ਚੈਨਲ ਦੇ ਵਿੱਚ ਜਾਣਾ ਹੈ। ਚੈਨਲ ਦੇ ਵਿੱਚ ਤੁਸੀਂ RGB ਨੂੰ ਔਫ ਕਰ ਦੇਣਾ। RGB ਔਫ ਕਰਨ ਤੋਂ ਬਾਅਦ ਤੁਸੀਂ ਵੈਲਿਊ ਪਤਾ ਕਰਨੀ ਹੈ ਬਲੈਕ ਦੀ, ਜਿਹਦੇ 'ਚ ਤੁਹਾਨੂੰ ਸਭ ਤੋਂ ਜ਼ਿਆਦਾ ਕੰਟਰਾਸਟ ਨਜ਼ਰ ਆ ਰਿਹਾ। ਉਹ ਕਿਸੇ ਵੀ ਚੈਨਲ ਦੇ ਵਿੱਚ ਨਜ਼ਰ ਆ ਸਕਦਾ, ਜ਼ਰੂਰੀ ਨਹੀਂ ਹੈ ਕਿ ਉਹ ਹਮੇਸ਼ਾ ਬਲੂ ਦੇ ਵਿੱਚ ਹੀ ਹੋਏ, ਜ਼ਰੂਰੀ ਨਹੀਂ ਹੈ ਕਿ ਉਹ ਹਮੇਸ਼ਾ ਗ੍ਰੀਨ ਦੇ ਵਿੱਚ ਹੀ ਹੋਏ, ਅਤੇ ਆ ਵੀ ਜ਼ਰੂਰੀ ਨਹੀਂ ਹੈ ਕਿ ਉਹ ਹਮੇਸ਼ਾ ਰੈੱਡ ਦੇ ਵਿੱਚ ਹੀ ਹੋਏ। ਜਿਹਦੇ 'ਚ ਤੁਹਾਨੂੰ ਅੱਛਾ ਕੰਟਰਾਸਟ ਨਜ਼ਰ ਆ ਰਿਹਾ ਤੁਸੀਂ ਉਸ ਚੈਨਲ ਨੂੰ ਯੂਜ਼ ਕਰ ਸਕਦੇ ਹੋ। ਹੁਣ ਕੀ ਹੈ ਕਿ ਹੁਣ ਮੈਨੂੰ ਜੋ ਸਭ ਤੋਂ ਸੋਹਣਾ ਕੰਟਰਾਸਟ ਨਜ਼ਰ ਆਇਆ ਉਹ ਸਿਰਫ ਬਲੂ ਦੇ ਵਿੱਚ ਆਇਆ। ਮੈਂ ਬਲੂ ਨੂੰ ਡੁਪਲੀਕੇਟ ਕੀਤਾ, ਅਗੇਨ ਮੈਂ ਇਹਨੂੰ ਰੀਨੇਮ ਕਰਦਾ। ਰੀਨੇਮ ਤੁਸੀਂ ਇਸ ਨੂੰ ਜਿਸ ਤਰ੍ਹਾਂ ਮਰਜ਼ੀ ਕਰ ਸਕਦੇ ਹੋ। ਹੁਣ ਮੈਂ ਇਸ ਨੂੰ ਮੈਂ ਕੀ ਕਰਦਾ, ਇਸ ਨੂੰ ਮੈਂ ਦੁਬਾਰਾ ਮਾਸਕਿੰਗ ਹੀ ਕਰ ਦੇਣਾ। ਮਾਸਕਿੰਗ ਦੇ ਨਾਲ ਮੈਂ ਰੀਨੇਮ ਕਰਤਾ। ਮੈਂ ਆਪਣੀ ਮੇਨ ਜੋ ਮੇਰੀ ਮਾਸਕਿੰਗ ਲੇਅਰ ਹੈ ਮੈਂ ਉਹਨੂੰ ਐਕਟੀਵੇਟ ਕੀਤਾ, ਅਤੇ ਜੋ ਮੇਰਾ ਬਲੂ ਚੈਨਲ ਸੀਗਾ ਉਸ ਨੂੰ ਮੈਂ ਡੀਐਕਟੀਵੇਟ ਕੀਤਾ ਕਿ ਮੇਰੀ ਫੋਟੋ ਖ਼ਰਾਬ ਨਾ ਹੋ ਜਾਏ, ਮੇਰੇ ਕਲਰਸ ਜੋ ਹੈ ਖ਼ਰਾਬ ਨਾ ਹੋ ਜਾਣ। ਹੁਣ ਮਾਸਕਿੰਗ ਕਰਨ ਤੋਂ ਬਾਅਦ ਅਗੇਨ ਸਟੈਪ ਐਡਜਸਟਮੈਂਟ ਦੇ ਵਿੱਚ ਗਏ। ਐਡਜਸਟਮੈਂਟ ਦੇ ਵਿੱਚ ਲੈਵਲਸ ਦੇ ਵਿੱਚ ਗਏ। ਲੈਵਲਸ ਦੇ ਵਿੱਚ ਜਾ ਕੇ ਅਸੀਂ ਆਪਣੀ ਬੈਕਗਰਾਊਂਡ ਨੂੰ ਵਾਈਟ ਸ਼ੇਡ ਦਿੱਤੀ, ਅਤੇ ਜੋ ਸਾਡਾ ਫੋਰਗਰਾਊਂਡ ਆ ਉਸ ਨੂੰ ਆਪਾਂ ਇੱਕ ਬਲੈਕ ਸ਼ੇਡ ਦਿੱਤੀ। ਕੋਸ਼ਿਸ਼ ਕਰੋ ਕਿ ਜਿੱਥੋਂ ਤੱਕ ਤੁਹਾਨੂੰ ਲੱਗਦਾ ਕਿ ਹਾਂ ਤੁਹਾਡਾ ਕੰਪਿਊਟਰ ਸਕਰੀਨ ਅੱਛੀ ਤਰ੍ਹਾਂ ਦਿਖਾ ਰਿਹਾ ਉੱਥੋਂ ਤੱਕ ਲੈਵਲ ਤੱਕ ਜਾਓ, ਬਟ ਬਿਲਕੁਲ ਅੱਗੇ ਨਾ ਜਾਓ, ਕਿਉਂਕਿ ਉਹਦੇ ਨਾਲ ਕੀ ਹੋਏਗਾ ਕਿ ਜਿਸ ਤਰ੍ਹਾਂ ਤੁਸੀਂ ਲੈਵਲ ਨੂੰ ਵਧਾਓਗੇ ਤਾਂ ਤੁਹਾਡੇ ਕੋਲ ਹਾਰਡ ਐਜ ਆਉਣੇ ਸ਼ੁਰੂ ਹੋ ਜਾਣਗੇ, ਉਹ ਕਿਤੇ ਨਾ ਕਿਤੇ ਅੱਛੇ ਨਹੀਂ ਲੱਗਣਗੇ। ਅਤੇ ਸਿਰਫ ਜਿਸ ਤਰ੍ਹਾਂ ਮੈਨੂੰ ਠੀਕ ਲੱਗ ਰਿਹਾ ਕਿ ਹਾਂ ਹੁਣ ਆ ਬਿਲਕੁਲ ਠੀਕ ਹੈ, ਮੈਂ ਓਕੇ ਕੀਤਾ। ਓਕੇ ਕਰਨ ਤੋਂ ਬਾਅਦ ਜੋ ਹੈ ਕਿ ਮੇਰੇ ਕੋਲ ਕੁਝ ਪਾਰਟ ਨੇ ਜਿਸ 'ਤੇ ਲਾਈਟ ਪੈ ਰਹੀ ਸੀ, ਲਾਈਟ ਰਿਫਲੈਕਸ਼ਨ ਕਰਕੇ ਉਹ ਮੈਨੂੰ ਵਾਈਟ ਦੇ ਵਿੱਚ ਸ਼ੋ ਹੋ ਰਿਹਾ। ਤੁਸੀਂ ਬਲੈਕ ਕਲਰ ਕਰਨਾ ਥੱਲੇ, ਨੋਰਮਲ ਤੁਸੀਂ ਬਰਸ਼ ਟੂਲ ਯੂਜ਼ ਕਰਨਾ। ਬਰਸ਼ ਟੂਲ ਤੋਂ ਯੂਜ਼ ਕਰਨ ਤੋਂ ਬਾਅਦ ਜੋ ਤੁਹਾਡਾ ਮੋਡ ਹੈ ਉਹ ਨੋਰਮਲ ਦੇ ਵਿੱਚ ਹੋਣਾ ਚਾਹੀਦਾ, ਅਤੇ ਜਸਟ ਤੁਸੀਂ ਇਸ ਨੂੰ ਬਲੈਕ ਪੇਂਟ ਕਰ ਦੇਣਾ। ਹੁਣ ਕੀ ਹੈ ਕਿ ਹੁਣ ਮੇਰੀ ਜੋ ਪੂਰੀ ਮਾਸਕਿੰਗ ਜੋ ਮੇਰਾ ਚੈਨਲ ਸੀਗਾ ਉਹ ਬਲੈਕ ਦੇ ਨਾਲ ਪੇਂਟ ਕਰ ਦਿੱਤਾ।
ਤੁਸੀਂ ਸਿਲੈਕਸ਼ਨ ਦੇ ਵਿੱਚ ਗਏ, ਸਿਲੈਕਟ ਕੀਤਾ। ਸਿਲੈਕਟ ਕਰਨ ਤੋਂ ਬਾਅਦ ਤੁਸੀਂ ਜੋ ਤੁਹਾਡੀ ਮਾਸਕਿੰਗ ਚੈਨਲ ਹੈ ਉਸ ਨੂੰ ਡੀਐਕਟੀਵੇਟ ਕਰਕੇ ਤੇ ਤੁਹਾਡਾ ਜੋ ਮੇਨ ਚੈਨਲ ਹੈ ਉਸ ਨੂੰ ਤੁਸੀਂ ਐਕਟੀਵੇਟ ਕੀਤਾ। ਦੁਬਾਰਾ ਲੇਅਰ ਦੇ ਵਿੱਚ ਆ ਕੇ ਤੁਸੀਂ ਆਪਣੀ ਸਿਲੈਕਸ਼ਨ ਨੂੰ ਰਿਵਰਸ ਕਰਨਾ। ਕੰਟਰੋਲ ਸ਼ਿਫਟ ਪਲੱਸ ਆਈ ਦਬਾਓਗੇ ਤੇ ਤੁਹਾਡੀ ਸਿਲੈਕਸ਼ਨ ਰਿਵਰਸ ਹੋ ਜਾਏਗੀ। ਉਸ ਤੋਂ ਬਾਅਦ ਤੁਸੀਂ ਜਸਟ ਇਹਨੂੰ ਮਾਸਕ ਕਰਨਾ। ਮਾਸਕ ਕਰਨ ਤੋਂ ਬਾਅਦ ਸਾਡੀ ਜੋ ਬੈਕਗਰਾਉਂਡ ਹੈ ਉਹ ਰਿਮੂਵ ਹੋ ਜਾਏਗੀ। ਉਸ ਤੋਂ ਬਾਅਦ ਤੁਸੀਂ ਜਿੱਦਾਂ ਦਾ ਵੀ ਜੋ ਵੀ ਇਹਦੇ ਪਿੱਛੇ ਬੈਕਗਰਾਉਂਡ ਯੂਜ਼ ਕਰਨੀ ਆ ਤੁਸੀਂ ਇਹ 'ਤੇ ਯੂਜ਼ ਕਰ ਸਕਦੇ ਹੋ। ਅਸੀਂ ਆਪਣੇ ਥਰਡ ਐਗਜ਼ਾਮਪਲ ਵੱਲ ਵੱਧਦੇ ਹਾਂ ਜੋ ਬੇਸਿਕਲੀ ਕਿ ਫੋਰੈਸਟ ਦੀ ਸੀਨਰੀ ਹੈ ਜਿਹਦੇ ਵਿੱਚ ਕਾਫੀ ਟਰੀਜ਼ ਇੰਕਲੂਡ ਨੇ ਅਤੇ ਸਾਡੇ ਕੋਲ ਇੱਕ ਬੈਕਗਰਾਉਂਡ ਹੈ। ਅਸੀਂ ਇਹਨੂੰ ਮਾਸਕ ਕਰਾਂਗੇ ਅਤੇ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਟ੍ਰਿਕ ਜੋ ਰਿਵੀਲ ਕਰਾਂਗਾ ਜੋ ਤੁਹਾਨੂੰ ਹੈਲਪ ਕਰੇਗੀ ਤੁਹਾਡੇ ਕੰਮ ਨੂੰ ਇੱਕ ਅੱਛੀ ਕੁਆਲਿਟੀ ਤੱਕ ਜਾਣ ਵਾਸਤੇ। ਦੇਖੋ ਮੇਰੀ ਇਸ ਵੀਡੀਓ ਦਾ ਮੇਨ ਮਕਸਦ ਕੀ ਹੈ ਕਿ ਪੈਨ ਟੂਲ ਸਾਰੇ ਯੂਜ਼ ਕਰਦੇ ਆ, ਬਟ ਜੋ ਆਹ ਟੂਲ ਨੇ ਜਿਹਦੇ ਨਾਲ ਅਸੀਂ ਬੈਕਗਰਾਉਂਡ ਨੂੰ ਰਿਮੂਵ ਕਰ ਸਕਦੇ ਹਾਂ ਆ ਕਿਸੇ ਨੂੰ ਹੀ ਪਤਾ ਹੁੰਦੇ ਆ। ਜ਼ਿਆਦਾਤਰ ਜੋ YouTube ਤੋਂ ਵੀਡੀਓ ਨੇ ਉਹ ਬੇਸਿਕ ਚੀਜ਼ਾਂ ਹੀ ਰਿਵੀਲ ਕਰਦੀਆਂ। ਇਸ ਸੇਮ ਟੈਕਨੀਕ ਦਾ ਯੂਜ਼ ਵਿਜ਼ੂਅਲ ਇਫੈਕਟਸ ਦੇ ਵਿੱਚ ਵੀ ਯੂਜ਼ ਹੁੰਦਾ, ਮੋਸ਼ਨ ਪੋਸਟਰ ਦੇ ਵਿੱਚ ਵੀ ਹੁੰਦਾ, ਮੂਵੀਜ਼ ਦੇ ਵਿੱਚ ਵੀ ਯੂਜ਼ ਹੁੰਦਾ। ਤੁਸੀਂ ਇਸ ਨੂੰ ਆਪਣੀ ਕ੍ਰੀਏਟੀਵਿਟੀ ਦੇ ਹਿਸਾਬ ਨਾਲ ਇਸ ਨੂੰ ਯੂਜ਼ ਕਰ ਸਕਦੇ ਹੋ। ਤਰੀਕਾ ਬਿਲਕੁਲ ਸੇਮ ਹੈ ਜਿਸ ਤਰ੍ਹਾਂ ਅਸੀਂ ਪਹਿਲੇ 'ਤੇ ਸਟਾਰਟ ਕੀਤਾ ਸੀਗਾ ਕਿ ਬੈਕਗਰਾਉਂਡ ਸਿਲੈਕਟ ਕੀਤੀ। ਸਿਲੈਕਟ ਕਰਨ ਤੋਂ ਬਾਅਦ ਚੈਨਲਸ ਦੇ ਵਿੱਚ ਗਏ। ਚੈਨਲਸ ਤੋਂ ਬਾਅਦ ਅਸੀਂ ਸਿਰਫ ਇੱਕ ਚੈਨਲ ਦੀ ਵੈਲਿਊ ਲੱਭਣੀ ਹੈ ਜਿਹਦੇ 'ਚ ਸਾਡਾ ਬੈਕਗਰਾਉਂਡ ਦਾ ਅਤੇ ਸਾਡੇ ਫੋਰਗਰਾਊਂਡ ਦਾ ਕੰਟਰਾਸਟ ਸਭ ਤੋਂ ਸੋਹਣਾ ਹੋਏ, ਯਾਨੀ ਕਿ ਬਲੈਕ ਵਰਸਸ ਵਾਈਟ ਬਣਦਾ ਹੋਵੇ। RGB ਨੂੰ ਔਫ ਕੀਤਾ। RGB ਨੂੰ ਔਫ ਕਰਨ ਤੋਂ ਬਾਅਦ ਰੈੱਡ ਦੀ ਵੈਲਿਊ, ਗ੍ਰੀਨ ਦੀ ਵੈਲਿਊ ਅਤੇ ਬਲੂ ਦੀ ਵੈਲਿਊ। ਇਹਨਾਂ ਤਿੰਨਾਂ ਦੇ ਵਿੱਚੋਂ ਮੈਨੂੰ ਰੈੱਡ ਦੀ ਵੈਲਿਊ ਕਾਫੀ ਅੱਛੀ ਨਜ਼ਰ ਆਈ ਕਿਉਂਕਿ ਪਹਿਲੇ ਕੀ ਹੈ ਕਿ ਰੈੱਡ ਦੀ ਵੈਲਿਊ ਦੇ ਵਿੱਚ ਬਲੈਕ ਪਲੱਸ ਵਾਈਟ ਦਾ ਕੰਟਰਾਸਟ ਕਾਫੀ ਅੱਛਾ ਹੋ ਰਿਹਾ। ਮੈਂ ਜਸਟ ਇਸ ਨੂੰ ਡੁਪਲੀਕੇਟ ਕੀਤਾ। ਡੁਪਲੀਕੇਟ ਕਰਨ ਤੋਂ ਬਾਅਦ ਜੋ ਮੇਰੀ ਰੈੱਡ ਕਾਪੀ ਹੈ ਇਹਨੂੰ ਮੈਂ ਰੀਨੇਮ ਕੀਤਾ। ਰੀਨੇਮ ਕਰਨਾ ਨਾ ਕਰਨਾ ਬਿਲਕੁਲ ਤੁਹਾਡੇ 'ਤੇ ਹੈ ਕਿ ਜੇ ਤੁਹਾਨੂੰ ਈਜ਼ੀ ਲੱਗਦਾ ਆ ਕਿ ਜੇ ਤੁਸੀਂ ਰੀਨੇਮ ਕਰ ਸਕਦੇ ਹੋ ਤਾਂ ਤੁਸੀਂ ਰੀਨੇਮ ਕਰੋ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਰੀਨੇਮ ਨਹੀਂ ਕਰਨਾ ਤੁਸੀਂ ਨਾ ਕਰੋ ਕਿਉਂਕਿ ਸਿਰਫ ਕੁਝ ਸੈਕਿੰਡ ਦਾ ਹੀ ਇਸ ਚੈਨਲ ਦਾ ਕੰਮ ਹੈ। ਤੁਸੀਂ ਮੇਨ ਰੈੱਡ ਨੂੰ ਆਫ ਕੀਤਾ, ਆਪਣੀ ਮਾਸਕਿੰਗ ਨੂੰ ਔਨ ਕੀਤਾ, ਮਾਸਕਿੰਗ ਲੇਅਰ 'ਤੇ ਗਏ ਅਤੇ ਉਸਨੂੰ ਥੋੜ੍ਹਾ ਐਡਜਸਟ ਕੀਤਾ ਲੈਵਲ ਪਰਪਸ ਦੇ ਨਾਲ ਕਿ ਜਿਹਦੇ ਨਾਲ ਤੁਹਾਡੀ ਜੋ ਬੈਕਗਰਾਉਂਡ ਹੈ ਹੋਰ ਥੋੜ੍ਹੀ ਜਿਹੀ ਸਮੂਥ ਹੋ ਜਾਏ, ਵਾਈਟ ਹੋ ਜਾਏ ਅਤੇ ਜੋ ਤੁਹਾਡਾ ਫੋਰਗਰਾਊਂਡ ਹੈ ਕਲਰ ਦੇ ਵੈਲਿਊ ਕਲਰ ਦੇ ਵਿੱਚ ਸ਼ੋ ਹੋ ਜਾਏ। ਹੁਣ ਕੀ ਹੈ ਕਿ ਮੇਰੀ ਬੈਕਗਰਾਉਂਡ ਕਾਫੀ ਅੱਛੀ ਜੋ ਫੋਰਗਰਾਊਂਡ ਤੋਂ ਅਲੱਗ ਹੋ ਚੁੱਕੀ ਹੈ। ਬਾਕੀ ਜੋ ਕੰਮ ਬਚਿਆ ਉਹ ਅਸੀਂ ਆਪਣੇ ਬਰਸ਼ ਟੂਲ ਨਾਲ ਯੂਜ਼ ਕਰਾਂਗੇ। ਬਰਸ਼ ਟੂਲ ਨਾਲ ਤੁਸੀਂ ਪੇਂਟ ਕੀਤਾ। ਠੀਕ ਹੈ ਜੀ। ਇਸ ਤੋਂ ਬਾਅਦ ਤੁਸੀਂ ਸਿਲੈਕਸ਼ਨ ਦੇ ਵਿੱਚ ਗਏ, ਸਿਲੈਕਟ ਕੀਤਾ। ਸਿਲੈਕਟ ਕਰਨ ਤੋਂ ਬਾਅਦ ਸਾਡੀ ਮਾਸਕਿੰਗ ਲੇਅਰ ਦਾ ਕੰਮ ਖਤਮ ਹੋ ਚੁੱਕਾ ਹੈ, ਇਸ ਚੈਨਲ ਦਾ ਕੰਮ ਖਤਮ ਹੋ ਚੁੱਕਾ ਹੈ। ਤੁਸੀਂ RGB ਨੂੰ ਔਨ ਕੀਤਾ ਅਤੇ ਤੁਹਾਡੀ ਮਾਸਕਿੰਗ ਜੋ ਚੈਨਲ ਹੈ ਉਸ ਨੂੰ ਡੀਐਕਟੀਵੇਟ ਕੀਤਾ। ਅਗੇਨ ਦੁਬਾਰਾ ਲੇਅਰ ਦੇ ਵਿੱਚ ਗਏ, ਲੇਅਰ ਦੇ ਵਿੱਚ ਜਾ ਕੇ ਆਪਣੀ ਸਿਲੈਕਸ਼ਨ ਨੂੰ ਰਿਵਰਸ ਕੀਤਾ। ਰਿਵਰਸ ਕਰਨ ਤੋਂ ਬਾਅਦ ਸਿਰਫ ਮਾਸਕ ਕੀਤਾ। ਮਾਸਕ ਦੇ ਨਾਲ ਹੀ ਤੁਹਾਡੀ ਜੋ ਬੈਕਗਰਾਉਂਡ ਹੈ ਰਿਮੂਵ ਹੋ ਜਾਏਗੀ। ਫਿਲਹਾਲ ਇਸ ਇਮੇਜ ਪਿੱਛੇ ਸਾਡੀ ਫੋਰਗਰਾਊਂਡ ਦੇ ਪਿੱਛੇ ਕੋਈ ਬੈਕਗਰਾਉਂਡ ਨਹੀਂ ਹੈ ਅਤੇ ਤੁਹਾਨੂੰ ਪਿਕਸਲ ਨਜ਼ਰ ਨਹੀਂ ਆਉਣਗੇ। ਅਸੀਂ ਸਭ ਤੋਂ ਪਹਿਲਾਂ ਇਹ 'ਚ ਇੱਕ ਬੈਕਗਰਾਉਂਡ ਲੋਡ ਕਰਦੇ ਹਾਂ। ਮੈਂ ਆਹ ਬੈਕਗਰਾਉਂਡ ਯੂਜ਼ ਕਰ ਰਿਹਾ। ਹੁਣ ਦੇਖੋ ਹੁਣ ਕੀ ਹੈ ਕਿ ਸਾਨੂੰ ਕੁਝ ਸਟ੍ਰੀਕਸ ਨਜ਼ਰ ਆਉਣੇ ਸ਼ੁਰੂ ਹੋ ਗਏ ਕਿ ਦੇਖੋ ਬਿਲਕੁਲ ਜੋ ਪੱਤਿਆਂ ਦੇ ਨਾਲ ਨਾਲ ਹੈ ਵਾਈਟ ਪਾਰਟੀਕਲ, ਵਾਈਟ ਪਿਕਸਲ ਪਾਰਟੀਕਲ ਆਪਾਂ ਇਹਨਾਂ ਨੂੰ ਕਹਿੰਦੇ ਹਾਂ ਕਿ ਜੋ ਬੈਕਗਰਾਉਂਡ ਦੇ ਜੋ ਕਲਰ ਵੈਲਿਊ ਇਹਨਾਂ ਨੇ ਸਟੋਰ ਕਰਕੇ ਰੱਖੀ। ਇਸ ਨੂੰ ਬੜੇ ਈਜ਼ੀ ਤਰੀਕੇ ਨਾਲ ਅਸੀਂ ਰਿਮੂਵ ਕਰ ਸਕਦੇ ਹਾਂ। ਆਹ ਟ੍ਰਿਕ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਇਸ ਚੀਜ਼ ਦੀ ਪਤਾ ਨਹੀਂ ਹੈ, ਉਹ ਬਾਅਦ 'ਚ ਇਹਨੂੰ ਰਿਫਾਈਨ ਕਰਨ ਲੱਗ ਜਾਂਦੇ ਨੇ ਅਲੱਗ-ਅਲੱਗ ਤਰੀਕੇ ਦੇ ਨਾਲ, ਬਟ ਇਸ ਨੂੰ ਵੀ ਅਸੀਂ ਕੁਝ ਕਲਿੱਕਸ ਦੇ ਨਾਲ ਹੀ ਠੀਕ ਕਰ ਸਕਦੇ ਹਾਂ। ਇਸ ਨੂੰ ਠੀਕ ਕਰਨ ਦਾ ਤਰੀਕਾ ਕੀ ਹੈ ਕਿ ਤੁਸੀਂ ਮਾਸਕ ਦੇ ਵਿੱਚ ਜਾਣਾ, ਮਾਸਕ ਨੂੰ ਸਿਲੈਕਟ ਕਰਨਾ। ਤੁਸੀਂ ਫੋਟੋ ਨੂੰ ਸਿਲੈਕਟ ਕਰਨਾ, ਤੁਸੀਂ ਮਾਸਕ ਨੂੰ ਸਿਲੈਕਟ ਕੀਤਾ। ਮਾਸਕ ਨੂੰ ਸਿਲੈਕਟ ਕਰਕੇ ਬਰਸ਼ ਟੂਲ ਯੂਜ਼ ਕੀਤਾ। ਬਰਸ਼ ਜੋ ਕਲਰ ਹੈ ਉਹ ਬਲੈਕ ਹੋਣਾ ਚਾਹੀਦਾ, ਬਟ ਇਹਦਾ ਜੋ ਮੋਡ ਹੈ ਉਸਨੂੰ ਆਪਾਂ ਨੋਰਮਲ ਤੋਂ ਓਵਰਲੇ ਕਰ ਦੇਣਾ। ਹੁਣ ਜਸਟ ਤੁਸੀਂ ਇਸ 'ਤੇ ਪੇਂਟਿੰਗ ਕਰਨੀ ਹੈ। ਦੇਖੋ ਕਿ ਜਿਸ ਤਰ੍ਹਾਂ ਪੇਂਟ ਹੋ ਰਿਹਾ ਉਹ ਜੋ ਸਾਡੇ ਸਟ੍ਰੀਕਸ ਦਾ ਕਲਰ ਸੀਗਾ ਉਹ ਨੋਰਮਲ ਹੋਣਾ ਸ਼ੁਰੂ ਹੋ ਗਿਆ। ਦੇਖੋ
ਹੁਣ ਤੁਹਾਨੂੰ ਕਲਰ ਜਿਹੜੇ ਆ ਉਹ ਵੈਲਿਊ ਉਹਨਾਂ ਦੀ ਵੈਲਿਊ ਨਜ਼ਰ ਨਹੀਂ ਆਏਗੀ। ਤੇ ਤੁਸੀਂ ਇੱਥੇ ਆਰਾਮ ਨਾਲ ਕੋਈ ਵੀ ਕੰਮ ਕਰ ਸਕਦੇ ਹੋ। ਸੇਮ ਟੈਕਨੋਲੋਜੀ VFX 'ਚ ਕਾਫੀ ਯੂਜ਼ ਹੁੰਦੀ ਆ, ਕਿਉਂਕਿ ਇਹਦੇ ਜਿਸ ਤਰ੍ਹਾਂ ਅਸੀਂ ਇੱਕ ਮੈਟ ਪੇਂਟਿੰਗ ਬਣਾਉਂਦੇ ਹਾਂ, ਜਿਸ ਤਰ੍ਹਾਂ ਬੇਸਿਕਲੀ ਆ ਵੀ ਇੱਕ ਮੈਟ ਪੇਂਟਿੰਗ ਹੈ ਜਿਹਦੇ 'ਚ ਸਾਡਾ ਆਬਜੈਕਟ ਅਲੱਗ ਲੇਅਰ 'ਤੇ ਅਤੇ ਬੈਕਗਰਾਊਂਡ ਅਲੱਗ ਲੇਅਰ 'ਤੇ ਹੈ। ਇਸ ਨੂੰ ਤੁਸੀਂ ਮਲਟੀਪਲ ਲੇਅਰ ਕੰਪੋਜੀਸ਼ਨ ਦੇ ਵਿੱਚ ਬਣਾ ਕੇ ਕਾਫੀ ਅੱਛੀ ਜੋ ਇਫੈਕਟ ਹੈ ਉਹਨੂੰ ਤੁਸੀਂ ਕ੍ਰੀਏਟ ਕਰ ਸਕਦੇ ਹੋ। ਆ ਦੇਖੋ, ਮਤਲਬ ਇੱਕ ਡੇ ਸੀਨ ਨੂੰ ਇੱਕ ਨਾਈਟ ਸੀਨ ਦੇ ਵਿੱਚ ਕਨਵਰਟ ਕਰਨ 'ਚ ਸਾਨੂੰ ਸਿਰਫ ਕੁਝ ਕਲਿੱਕਸ ਲੱਗੀਆਂ ਅਤੇ ਸਾਡਾ ਜੋ ਇਫੈਕਟ ਹੈ ਉਹ ਕ੍ਰੀਏਟ ਹੋ ਗਿਆ। ਦੋਸਤੋ ਅੱਜ ਦੀ ਵੀਡੀਓ 'ਚ ਸਿਰਫ ਇੰਨਾ ਹੀ। ਉਮੀਦ ਕਰਦਾ ਕਿ ਤੁਸੀਂ ਜੋ ਐਗਜ਼ਾਮਪਲ ਮੈਂ ਦਿੱਤੇ ਜਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਕੰਮ ਕਰਕੇ ਦੱਸਿਆ ਕਿ ਆਪਾਂ ਇਸ ਟੂਲ ਦਾ ਯੂਜ਼ ਵੀ ਬੈਕਗਰਾਊਂਡ ਰਿਮੂਵ ਕਰਨ ਵਾਸਤੇ ਕਰ ਸਕਦੇ ਹਾਂ, ਤੁਸੀਂ ਇਸ ਦੀ ਪ੍ਰੈਕਟਿਸ ਕਰੋ ਅਤੇ ਅਗਲੀ ਵੀਡੀਓ 'ਚ ਫਿਰ ਦੁਬਾਰਾ ਤੋਂ ਮੁਲਾਕਾਤ ਹੋਵੇਗੀ। ਇਹਦੇ ਵਿੱਚ ਜੋ ਵੀ ਐਗਜ਼ਾਮਪਲ ਮੈਂ ਯੂਜ਼ ਕੀਤੇ ਆ ਉਹਨਾਂ ਦਾ ਜੋ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ, ਤੁਸੀਂ ਉੱਥੋਂ ਡਾਊਨਲੋਡ ਕਰਕੇ ਤੁਸੀਂ ਇਸ ਦੀ ਪ੍ਰੈਕਟਿਸ ਕਰ ਸਕਦੇ ਹੋ। ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਕਿਤੇ ਨਾ ਕਿਤੇ ਹੈਲਪਫੁਲ ਲੱਗਦੀਆਂ ਹੋਣਗੀਆਂ ਅਤੇ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਅਤੇ ਉਮੀਦ ਕਰਦਾ ਅਗਲੀ ਕਲਾਸ ਦੇ ਵਿੱਚ ਆਪਾਂ ਦੁਬਾਰਾ ਤੋਂ ਮਿਲਾਂਗੇ ਅਤੇ ਉਸ ਦੇ ਨਾਲ ਫਤਿਹ ਦਾ ਜਵਾਬ ਫਤਿਹ 'ਚ ਦਿਓ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।